ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੇ 7ਵੀਂ ਅਸ਼ਟਪਦੀ ਦੇ 5 ਬੰਦ ਕਰ ਲਏ ਸਨ ਕੱਲ੍ਹ। ਹੁਣ 6ਵਾਂ ਪਦ ਸ਼ੁਰੂ ਹੋਣਾ। ਸਾਧ ਕੈ ਸੰਗ ਨਹੀਂ ਕਛੁ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਪੁਰਾਣੇ ਜ਼ਮਾਨੇ ਦੇ ਵਿੱਚ ਸਾਧੂ ਬੜੀਆਂ ਘਾਲਣਾ ਘਾਲਦੇ ਸਨ, ਜੰਗਲਾਂ 'ਚ ਚਲੇ ਜਾਂਦੇ ਸਨ, ਭੁੱਖੇ ਰਹਿੰਦੇ ਸਨ। ਕੋਈ ਇੱਕ ਲੱਤ 'ਤੇ ਖਲੋਤਾ ਹੈ, ਕਿਸੇ ਨੇ ਬਾਹਾਂ ਉੱਪਰ ਨੂੰ ਕੀਤੀਆਂ ਹੋਈਆਂ ਹਨ, ਕੋਈ ਧੁੱਪੇ ਬੈਠਾ ਹੈ, ਕੋਈ ਠੰਡੇ ਪਾਣੀ ਦਾ 100 ਘੜਾ ਸਿਰ 'ਚ ਪਾ ਰਿਹਾ। ਕਿੰਨੀ ਘਾਲਣਾ ਘਾਲਣੀ ਪੈਂਦੀ ਸੀ। ਪਰ ਪੰਚਮ ਪਾਤਸ਼ਾਹ ਕਹਿੰਦੇ, ਸਾਧ ਕੈ ਸੰਗ ਨਹੀਂ ਕਛੁ ਘਾਲ। ਸਾਧੂ ਦੀ ਸੰਗਤ ਕਰਨ ਵਾਲੇ ਨੂੰ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਕਿਉਂਕਿ ਸਾਧੂ ਦੀ ਸੰਗਤ ਕਰਨ ਨਾਲ ਸਹਿਜ ਸੁਭਾਅ ਹੀ ਮਨੁੱਖ ਦੀ ਭਜਨ ਬੰਦਗੀ ਹੁੰਦੀ ਰਹਿੰਦੀ ਹੈ। ਦਰਸ਼ਨ ਭੇਟਤ ਹੋਤ ਨਿਹਾਲ। ਜਿਹੜਾ ਸਾਧੂ ਦੀ ਸੰਗਤ ਕਰਦਾ ਹੈ, ਉਹ ਸਾਧੂ ਦੇ ਦਰਸ਼ਨ ਕਰਦਾ ਹੈ, ਸਾਧੂ ਨੂੰ ਮਿਲਦਾ ਹੈ ਅਤੇ ਨਿਹਾਲ ਹੋ ਜਾਂਦਾ ਹੈ। ਸਾਧੂ ਦੇ ਦਰਸ਼ਨ ਕਰਕੇ ਹੀ ਮਨੁੱਖ ਨਿਹਾਲ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ। ਕਲੂਖਤ ਹੁੰਦਾ ਜਿਹੜੇ ਅਸੀਂ ਪਾਪ ਕੀਤੇ ਨੇ, ਉਹਨਾਂ ਦੀ ਕਾਲਖ ਜਿਹੜੀ ਲੱਗਦੀ ਮਨ ਨੂੰ। ਕੀਤੇ ਪਾਪਾਂ ਦੀ ਜਿਹੜੀ ਕਾਲਖ ਹੈ ਉਹਨੂੰ ਕਹਿੰਦੇ ਕਲੂਖਤ। ਇਹ ਫਾਰਸੀ ਦਾ ਸ਼ਬਦ ਹੈ ਕਲੂਖਤ। ਸਾਧ ਕੈ ਸੰਗ ਕਲੂਖਤ ਹਰੈ। ਸਾਧੂ ਦੀ ਸੰਗਤ ਕਰਕੇ ਮਨੁੱਖ ਆਪਣੇ ਪਾਪਾਂ ਦੀ ਮੈਲ ਜਿਹੜੀ ਹੈ, ਕਾਲਖ ਲੱਗ ਗਈ ਹੈ, ਉਹ ਖਤਮ ਕਰ ਲੈਂਦਾ ਹੈ। ਪਾਪਾਂ ਕਾਰਨ ਜਿਹੜੀ ਮੈਲ ਲੱਗ ਗਈ ਹੈ, ਜਿਹੜੀ ਕਾਲਖ ਲੱਗ ਗਈ ਮਨ ਨੂੰ, ਉਹ ਸਾਧੂ ਦੀ ਸੰਗਤ ਕਰਨ ਨਾਲ ਖਤਮ ਹੋ ਜਾਂਦੀ ਹੈ। ਜਦੋਂ ਪਾਪ ਹੀ ਖਤਮ ਹੋ ਗਏ ਤਾਂ ਪਾਪਾਂ ਦੀ ਜਿਹੜੀ ਸਜ਼ਾ ਮਿਲਣੀ ਸੀ ਉਹ ਆਪਣੇ ਆਪ ਹੀ ਖਤਮ ਹੋ ਗਈ। ਮਨੁੱਖ ਨੂੰ ਸਮਝ ਨਹੀਂ ਆਉਂਦੀ ਕਿ ਉਹ ਦੁਖੀ ਕਿਉਂ ਹੈ। ਜੋ ਧਰਮ ਦਾ ਅਧਿਐਨ ਕਰੇ ਤਾਂ ਉਹਨੂੰ ਪਤਾ ਲੱਗੇਗਾ ਕਿ ਮੇਰੇ ਆਪਣੇ ਕੀਤੇ ਹੋਏ ਕੰਮ ਹੀ ਮੇਰੇ ਦੁੱਖ ਦਾ ਕਾਰਨ ਹਨ, ਮੇਰੇ ਆਪਣੇ ਕੀਤੇ ਹੋਏ ਕੰਮ ਹੀ ਮੇਰੇ ਸੁੱਖ ਦਾ ਕਾਰਨ ਹਨ, ਮੇਰੇ ਆਪਣੇ ਕੀਤੇ ਹੋਏ ਕੰਮ ਮੇਰੀ ਗਰੀਬੀ ਦਾ ਕਾਰਨ ਹਨ, ਮੇਰੇ ਆਪਣੇ ਕੀਤੇ ਹੋਏ ਕੰਮ ਮੈਨੂੰ ਅਮੀਰੀ ਦਾ ਸਾਧਨ ਹਨ। ਜਦੋਂ ਮਨੁੱਖ ਨੂੰ ਇਹ ਗਿਆਨ ਹੋ ਜਾਏਗਾ ਕਿ ਜੋ ਦੁੱਖ ਸੁੱਖ ਅਮੀਰੀ ਗਰੀਬੀ ਮਨੁੱਖ ਦੇ ਜੀਵਨ 'ਚ ਆ ਰਹੀ ਹੈ, ਉਸਦੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਹੁਣ ਕਰਮ ਹੋ ਗਏ ਨੇ, ਕਰਮ ਤਾਂ ਮੰਨ ਲਓ ਕਿ ਪਿਛਲੇ ਜਨਮ 'ਚ, ਫਲ ਹੁਣ ਭੋਗ ਰਿਹਾ। ਕੀਤਾ ਕੀ ਜਾਏ? ਧਰਮ ਇਹ ਕਹਿੰਦਾ ਤੁਸੀਂ ਇੱਕ ਤਾਂ ਕਰੋ ਸਤ ਸੰਗਤ। ਕੁਝ ਤੁਹਾਡੇ ਪਾਪ ਤੇ ਸਿਰਫ ਸਤ ਸੰਗਤ ਕਰਨ ਨਾਲ ਹੀ ਦੂਰ ਹੁੰਦੇ ਨੇ, ਗੁਰੂ ਦੇ ਦਰਸ਼ਨ ਕਰਨ ਨਾਲ ਹੀ ਦੂਰ ਹੋ ਜਾਂਦੇ। ਦੂਜਾ ਫਿਰ ਬਾਣੀ ਪੜ੍ਹੋ, ਨਾਮ ਜਪੋ। ਉਹਦੇ ਨਾਲ ਜਿਹੜੇ ਤੁਹਾਡੇ ਕੀਤੇ ਹੋਏ ਪਾਪ ਕਰਮ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਦੁੱਖ ਗਰੀਬੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਨੇ ਵੀ ਸਾਧ ਕੈ ਸੰਗ ਕਲੂਖਤ ਹਰੈ। ਸਾਧੂ ਦੀ ਸੰਗਤ ਕਰਕੇ ਮਨੁੱਖ ਆਪਣੇ ਮਨ 'ਤੇ ਪਾਪਾਂ ਦੀ ਕੀਤੀ ਪਾਪਾਂ ਕਾਰਨ ਜਿਹੜੀ ਮੈਲ ਜਾਂ ਕਾਲਖ ਲੱਗ ਗਈ ਹੈ ਉਸ ਨੂੰ ਦੂਰ ਕਰ ਲੈਂਦਾ ਹੈ। ਸਾਧ ਕੈ ਸੰਗ ਨਰਕ ਪਰ ਹਰੈ। ਸਾਧੂ ਦੀ ਸੰਗਤ ਕਰਕੇ ਮਨੁੱਖ ਨਰਕਾਂ ਨੂੰ ਨਹੀਂ ਜਾਂਦਾ, ਪਰ ਹੁੰਦਾ ਤਿਆਗਦੇ ਨੇ। ਨਰਕ ਨੂੰ ਨਹੀਂ ਜਾਂਦਾ,
ਹੁਣ ਸਵਾਲ ਪਿਆ ਨਰਕਾਂ ਨੂੰ ਕੌਣ ਜਾਂਦਾ? ਜਿਹੜੇ ਲੋਕ ਮਾੜੇ ਕੰਮ ਕਰਦੇ ਹਨ, ਨਾਮ ਨਹੀਂ ਜਪਦੇ, ਉਹ ਜਾਂਦੇ ਨਰਕਾਂ ਨੂੰ। ਹੁਣ ਜਿਹੜਾ ਸਾਧੂ ਦੀ ਸੰਗਤ ਕਰੇਗਾ ਉਹ ਦੋ ਕੰਮ ਕਰੇਗਾ, ਇੱਕ ਤਾਂ ਸ਼ੁਭ ਕਰਮ ਕਰੇਗਾ, ਦੂਸਰਾ ਨਾਮ ਜਪੇਗਾ। ਤੇ ਜੇ ਤੁਹਾਨੂੰ ਕੋਈ ਪੁੱਛੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਦੱਸੋ ਇੱਕ ਲਾਈਨ 'ਚ, ਇਹ 1430 ਅੰਗ ਨੇ। 1430 ਅੰਗਾਂ ਦਾ ਕੀ ਤੱਤ ਸਾਰ ਹੈ? ਸਿਰਫ ਇੱਕੋ ਪੰਕਤੀ 'ਚ ਦੱਸੋ, ਇੱਕੋ ਲਾਈਨ 'ਚ ਦੱਸੋ। ਤਾਂ ਤੁਸੀਂ ਕਹਿੰਦੇ ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਬਸ। ਬਾਕੀ ਇਹਨਾਂ ਦੋਨਾਂ ਦੀ ਵਿਆਖਿਆ ਹੈ ਅੱਡ-ਅੱਡ ਤਰੀਕਿਆਂ ਨਾਲ, ਸਾਰੇ ਬ੍ਰਹਮ ਗਿਆਨੀ ਨੇ ਕੀਤੀ ਹੋਈ। ਇਸ ਲਈ ਸਾਧੂ ਦੀ ਸੰਗਤ ਕਰਨਾ ਮਨੁੱਖ ਨਰਕਾਂ ਤੋਂ ਬਚ ਜਾਂਦਾ। ਕਿ ਭੈੜੇ ਕੰਮ ਕਰਾਂਗੇ, ਨਾਮ ਨਹੀਂ ਜਪਾਂਗੇ, ਨਰਕਾਂ ਨੂੰ ਜਾਵਾਂਗੇ। ਜਦੋਂ ਕੰਮ ਹੀ ਸ਼ੁਭ ਕੀਤੇ ਤੇ ਨਾਲ ਨਾਮ ਜਪਿਆ, ਫਿਰ ਨਰਕਾਂ ਨਾਲ ਤਾਂ ਕੋਈ ਲੈਣ ਦੇਣਾ ਹੀ ਨਹੀਂ ਹੈ। ਇਸ ਲਈ ਜਿਹੜਾ ਸਾਧੂ ਦੀ ਸੰਗਤ ਕਰਦਾ ਹੈ ਉਹ ਨਰਕਾਂ ਨੂੰ ਨਹੀਂ ਜਾਂਦਾ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਇਹਨੂੰ ਪੜ੍ਹਨਾ ਈਹਾਂ ਇੱਥੇ, ਊਹਾਂ ਉੱਥੇ, ਈਹਾਂ ਲੋਕ, ਊਹਾਂ ਪਰਲੋਕ, ਸੁਹੇਲਾ ਮੈਨੇ ਸੁਖੀ। ਆ ਜਿਹੜੇ PRTC ਦੀਆਂ ਬੱਸਾਂ ਨੇ ਉਹ 'ਤੇ ਲਿਖਿਆ ਹੁੰਦਾ ਕਿ ਘੋੜਾ ਜਿਹਾ ਬਣਿਆ ਹੁੰਦਾ ਨਾਲ, ਫੋਟੋ ਬਣੀ, ਉੱਥੇ ਲਿਖਿਆ ਹੁੰਦਾ ਜਹ ਜਾਈਏ ਤਹਾਂ ਸੁਹੇਲੇ, ਤੁਸੀਂ ਜਿੱਥੇ ਵੀ ਜਾਓਗੇ ਉੱਥੇ ਸੁਖੀ ਹੋਵੋਗੇ। ਸੋ ਸਾਧੂ ਦੀ ਸੰਗਤ ਕਰਨ ਵਾਲਾ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਜੇ ਆਪਾਂ ਸ਼ੁਭ ਕਰਮ ਕਰੀਏ ਤੇ ਨਾਮ ਜਪੀਏ, ਇੱਥੇ ਵੀ ਸੁਖੀ। ਹੁਣ ਜਿਹੜਾ ਬੰਦਾ ਕਰਮ ਸਹੀ ਕਰਦਾ ਉਹਨੂੰ ਪੁਲਿਸ ਵਾਲੇ ਕੁਛ ਨਹੀਂ ਕਹਿੰਦੇ, ਸਰਕਾਰ ਉਸ ਨੂੰ ਕੁਛ ਨਹੀਂ ਕਹਿੰਦੀ, ਕਿਉਂਕਿ ਉਹਦੇ ਕਰਮ ਸਹੀ ਨੇ। ਹੁਣ ਜੇ ਕਰਮ ਹੀ ਮਾੜੇ ਰਹੇ, ਚੋਰੀ ਕਰ ਰਿਹਾ, ਡਾਕੇ ਮਾਰ ਰਿਹਾ, ਠੱਗੀਆਂ ਕਰ ਰਿਹਾ, ਮਿਲਾਵਟਾਂ ਕਰ ਰਿਹਾ, ਧੋਖਾਧੜੀ ਕਰ ਰਿਹਾ, ਰਿਸ਼ਵਤਾਂ ਲੈ ਰਿਹਾ ਹੈ, ਇਹੋ ਜਿਹੇ ਬੰਦੇ ਕਦੇ ਨਾ ਕਦੇ ਫਿਰ ਅੜਿੱਕੇ 'ਚ ਆ ਜਾਂਦੇ ਨੇ, ਉਹ ਦੁੱਖ ਭੋਗਦੇ ਨੇ। ਜਿਹੜਾ ਕਰਮ ਸਹੀ ਕਰ ਰਿਹਾ ਹੈ ਅਤੇ ਸਰਕਾਰ ਦੇ ਕਾਨੂੰਨਾਂ ਨੂੰ ਮੰਨ ਰਿਹਾ ਹੈ, ਉਸ ਨੂੰ ਨਾ ਸਰਕਾਰ ਕੁਝ ਕਹਿੰਦੀ ਹੈ, ਨਾ ਕੋਈ ਪੁਲਿਸ ਕੁਝ ਕਹਿੰਦੀ ਹੈ। ਇਸ ਲਈ ਜਿਹੜਾ ਸ਼ੁਭ ਕਰਮ ਕਰਦਾ ਹੈ, ਨਾਮ ਜਪਦਾ ਹੈ, ਉਹ ਇਸ ਸੰਸਾਰ 'ਚ ਵੀ ਸੁਖੀ ਅਤੇ ਪਰਲੋਕ 'ਚ ਵੀ ਜਾ ਕੇ ਸੁਖੀ। ਸਾਧ ਸੰਗ ਵਿਛੜਤ ਹਰ ਮੇਲਾ, ਜਿਹੜੇ ਪ੍ਰਮਾਤਮਾ ਤੋਂ ਵਿਛੜੇ ਹੋਏ ਹਨ, ਜਦੋਂ ਸਾਧੂ ਦੀ ਸੰਗਤ ਕਰਦੇ ਨੇ ਉਹਨਾਂ ਦਾ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਸਾਧੂ ਗੁਰੂ ਨੂੰ ਕਹਿੰਦੇ ਨੇ ਵਿਚੋਲਾ ਹੈ। ਵਿਚੋਲਾ ਦੋ ਧਿਰਾਂ ਦਾ ਮੇਲ ਕਰਨ ਦਾ ਹੈ। ਤੁਸੀਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ, ਕੋਈ ਨਾ ਕੋਈ ਤੁਹਾਨੂੰ ਦੱਸ ਪਾਉਂਦਾ ਹੈ, ਚਾਹੇ ਅਖਬਾਰ ਵਿਚੋਲਾ ਹੋ ਜਾਏ, ਚਾਹੇ ਕੋਈ ਬੰਦਾ ਵਿਚੋਲਾ ਹੋ ਜਾਏ, ਉਹ ਦੋਨਾਂ ਧਿਰਾਂ ਨੂੰ ਮਿਲਾਉਂਦਾ ਹੈ। ਗੁਰੂ ਸਾਧੂ ਵਿਚੋਲੇ ਹੁੰਦੇ ਨੇ, ਇਹ ਟੁੱਟਿਆਂ ਹੋਇਆਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ। ਸਾਧ ਸੰਗ ਵਿਛੜਤ ਹਰ ਮੇਲਾ, ਸਾਧੂ ਦੀ ਸੰਗਤ ਕਰਨ ਵਾਲੇ ਦਾ ਭਾਵੇਂ ਉਹ ਪਹਿਲਾਂ ਪਰਮਾਤਮਾ ਤੋਂ ਵਿਛੜਿਆ ਹੋਇਆ ਸੀ, ਉਹਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ। ਜੋ ਇੱਛਾ ਸੋਈ ਫਲ ਪਾਵੇ। ਫਿਰ ਜਿਹੜਾ ਸਾਧੂ ਦੀ ਸੰਗਤ ਕਰਨ ਵਾਲਾ ਹੈ, ਉਹ ਜੋ ਚਾਹੁੰਦਾ ਹੈ ਉਹੀ ਉਸ ਨੂੰ ਮਿਲ ਜਾਂਦਾ ਹੈ। ਜੋ ਚਾਹੁੰਦਾ ਹੈ ਉਸ ਨੂੰ ਮਿਲ ਜਾਂਦਾ ਹੈ, ਕਿਉਂਕਿ ਉਹਨੇ ਸਾਧੂ ਦੀ ਸੇਵਾ ਕੀਤੀ ਹੁੰਦੀ ਹੈ, ਨਾਮ ਜਪਿਆ ਹੁੰਦਾ ਹੈ। ਸਾਧ ਕੈ ਸੰਗ ਨਾ ਬਿਰਥਾ ਜਾਵੇ, ਬਿਰਥਾ ਹੁੰਦਾ ਵਿਅਰਥ। ਸਾਧੂ ਦੀ ਸੰਗਤ ਕਰਨ ਵਾਲੇ ਦਾ ਜੀਵਨ ਵਿਅਰਥ ਨਹੀਂ ਜਾਂਦਾ। ਧਰਮ ਅਨੁਸਾਰ ਜਿਹੜਾ ਬੰਦਾ ਨਾਮ ਨਹੀਂ ਜਪਦਾ, ਸ਼ੁਭ ਕਰਮ ਨਹੀਂ ਕਰਦਾ, ਉਹਦਾ ਜਨਮ ਮਨੁੱਖਾ ਜੀਵਨ ਵਿਅਰਥ ਚਲਾ ਜਾਂਦਾ ਹੈ। ਅਤੇ ਜਿਹੜਾ ਹੁਣ ਕਰੇਗਾ ਸਾਧੂ ਦੀ ਸੰਗਤ, ਉਹ ਸ਼ੁਭ ਕਰਮ ਵੀ ਕਰੇਗਾ, ਨਾਮ ਵੀ ਜਪੇਗਾ, ਇਸ ਲਈ ਉਹਦਾ ਮਨੁੱਖਾ ਜੀਵਨ ਵਿਅਰਥ ਨਹੀਂ ਜਾਂਦਾ, ਉਹ ਲੇਖੇ ਲੱਗ ਜਾਂਦਾ।
ਪਾਰ ਬ੍ਰਹਮ ਸਾਧ ਰਿਦ ਬਸੈ। ਪਰਮਾਤਮਾ ਸਾਧੂ ਦੇ ਹਿਰਦੇ ਵਿੱਚ ਵਸਦਾ ਹੈ। ਪਰਮਾਤਮਾ ਕਿਤੇ ਵਸਦਾ? ਸਾਧੂ ਦੇ ਹਿਰਦੇ ਵਿੱਚ। ਜਦੋਂ ਕੋਈ ਚੀਜ਼ ਹਿਰਦੇ 'ਚ ਵਸਦੀ ਹੈ, ਉਹ ਸਰੀਰ ਦੇ ਸਾਰੇ ਅੰਗਾਂ 'ਚ ਵਸਦੀ ਹੈ। ਆਪਾਂ ਨਾਮ ਜਪਦੇ ਨਾ, ਨਾਮ ਜਪਦਿਆਂ ਮਨ ਪਵਿੱਤਰ ਹੋ ਜਾਂਦਾ ਹੈ। ਜਿਉਂ ਹੀ ਮਨ ਪਵਿੱਤਰ ਹੁੰਦਾ, ਸਰੀਰ ਦੇ ਸਾਰੇ ਅੰਗ ਆਪਣੇ ਆਪ ਹੀ ਪਵਿੱਤਰ ਹੋ ਜਾਂਦੇ ਹਨ। ਤਾਂ ਹੀ ਗੁਰਬਾਣੀ ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮਨ ਮੈਲਾ, ਸਾਰੇ ਸਰੀਰ ਦੇ ਅੰਗ ਮੈਲੇ ਨੇ। ਅਤੇ ਤਨ ਨੂੰ ਪਾਣੀ ਨਾਲ ਧੋਣ ਨਾਲ ਮਨ ਸਾਫ਼ ਨਹੀਂ ਹੁੰਦਾ। ਮਨ ਸਾਫ਼ ਹੁੰਦਾ ਨਾਮ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਕਿਉਂਕਿ ਸਾਧੂ ਨੇ ਬਹੁਤ ਨਾਮ ਜਪਿਆ ਹੁੰਦਾ ਹੈ, ਆਪਣੇ ਵੱਡੇ ਸਾਧੂ ਦੀ ਸੇਵਾ ਕੀਤੀ ਹੁੰਦੀ ਹੈ, ਸੰਗਤ ਕੀਤੀ ਹੁੰਦੀ ਹੈ। ਨਾਮ ਜਪਣ ਕਰਕੇ ਪਰਮਾਤਮਾ ਸਾਧੂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਨਾਨਕ ਉਦਰੈ ਸਾਧ ਸੁਨ ਰਸ। ਇਹੋ ਜਿਹੇ ਸਾਧੂ ਦੀ ਰਸੈ ਮਨੇ ਰਸਨਾ ਤੋਂ, ਸਾਧੂ ਦੀ ਰਸਨਾ ਤੋਂ ਜਦੋਂ ਮਨੁੱਖ ਨਾਮ ਸੁਣਦਾ ਨਾ, ਉਦਰੈ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ ਜਦੋਂ ਸਾਧੂ ਦੀ ਰਸਨਾ ਤੋਂ ਨਾਮ ਸੁਣਦਾ ਹੈ। ਅੱਗੇ ਕਹਿੰਦੇ, ਸਾਧ ਕੈ ਸੰਗ ਸੁਣੋ ਹਰ ਨਾਮ। ਗੁਰੂ ਮਹਾਰਾਜ ਕਹਿੰਦੇ, ਮੈਂ ਸਾਧੂ ਦੀ ਸੰਗਤ ਕਰਕੇ ਨਾਮ ਸੁਣਦਾ ਹਾਂ। ਕਹਿੰਦੇ ਮੈਂ ਨਾਮ ਸੁਣਦਾ, ਸਾਧੂ ਦੀ ਸੰਗਤ ਕਰਦਾ। ਸਾਧ ਸੰਗ ਹਰ ਕੇ ਗੁਣ ਗਾਉਂ। ਮੈਂ ਸਾਧੂ ਦੀ ਸੰਗਤ 'ਚ ਆ ਕੇ, ਗੁਰੂ ਦੀ ਸੰਗਤ 'ਚ ਆ ਕੇ ਹਰੀ ਦੇ ਗੁਣ ਗਾਉਂਦਾ ਹਾਂ। ਕਿਉਂਕਿ ਇੱਕ ਤਾਂ ਸਾਧੂ ਦੇ ਮੁਖ ਤੋਂ ਨਾਮ ਸੁਣਿਆ, ਫਿਰ ਸਾਧੂ ਦੀ ਸੰਗਤ ਕੀਤੀ, ਪਰਮਾਤਮਾ ਦੇ ਗੁਣ ਗਾਏ। ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਸਾਧੂ ਦੀ ਸੰਗਤ ਕਰਨਾ, ਪਰਮਾਤਮਾ ਕਦੇ ਵੀ ਮਨ ਤੋਂ ਨਹੀਂ ਵਿਸਰਦਾ। ਆਪਾਂ ਕਈ ਵਾਰੀ ਸੰਸਾਰੀ ਲੋਕ, ਹੁਣ ਤੁਸੀਂ 1 ਘੰਟਾ ਸਤ ਸੰਗਤ ਕਰ ਰਹੇ ਹੋ, ਅਜੇ ਤਾਂ ਚਲੋ ਆਪਾਂ ਬਹੁਤੇ ਲੋਕ ਘਰਾਂ 'ਚ ਹੀ ਬੈਠੇ ਹਾਂ। ਹੁਣ ਚਲੋ ਕੁਛ ਆਗਿਆ ਮਿਲ ਗਈ ਬਾਜ਼ਾਰਾਂ 'ਚ ਘੁੰਮਣ ਫਿਰਨ ਦੀ। ਜਿਉਂ ਆਪਾਂ ਸੰਸਾਰੀ ਲੋਕਾਂ 'ਚ ਵਿਚਰਾਂਗੇ ਨਾ, ਇਹ ਰੱਬ ਭੁੱਲ ਜਾਏਗਾ। ਤੁਸੀਂ ਪੁੱਛੋ ਕਿਉਂ? ਤੁਸੀਂ ਇਕੱਲੇ ਸੀ ਨਾਮ ਜਪਣ ਵਾਲੇ, ਅਤੇ ਤੁਹਾਡੇ ਆਲੇ ਦੁਆਲੇ 10 ਸੰਸਾਰੀ ਬੰਦੇ ਨੇ। ਉਹਨਾਂ 10 ਦੇ ਵਿੱਚੋਂ ਨਾਸਤਿਕ ਵੇਵਜ਼ ਨਿਕਲ ਕੇ ਤੁਹਾਨੂੰ ਟਕਰਾਉਂਦੀਆਂ ਨੇ। ਉਹਨਾਂ ਦੀਆਂ ਵੇਵਜ਼ ਜਿਹੜੀਆਂ ਨੇ, ਉਹ ਤੁਹਾਨੂੰ ਰੱਬ ਹੀ ਭੁਲਾਉਂਦੀਆਂ ਨੇ। ਅਤੇ ਤੁਸੀਂ ਵੀ ਉਹਨਾਂ ਨਾਲ ਰਲ ਕੇ ਸੰਸਾਰੀ ਗੱਲਾਂ ਕਰਦੇ ਰਹੋ, ਕਿੰਨਾ ਸਮਾਂ ਰੱਬ ਭੁੱਲ ਭੁਲਾ ਜਾਂਦਾ ਹੈ। ਜਦੋਂ ਆਪਾਂ ਸਤ ਸੰਗਤ 'ਚ ਆਉਂਦੇ ਹਾਂ, ਜਿੰਨੇ ਵੀ ਬੰਦੇ ਬੈਠੇ ਹੁੰਦੇ ਨੇ, ਉਸ ਵੇਲੇ ਸਾਰੇ ਨਾਮ ਜਪ ਰਹੇ ਹੁੰਦੇ ਨੇ। ਸਾਧੂ ਨਾਮ ਜਪਾ ਰਿਹਾ ਹੁੰਦਾ, ਸੰਗਤ ਨਾਮ ਜਪ ਰਹੀ ਹੁੰਦੀ। ਉੱਥੇ ਆਪੇ ਫਿਰ ਨਾਮ ਯਾਦ ਹੋਣਾ ਨਾ, ਕਿਉਂਕਿ ਆ ਹੀ ਉਹਨਾਂ 'ਚ ਗਏ ਜਿਨ੍ਹਾਂ ਦੇ ਅੰਦਰੋਂ ਨਾਮ ਦੀਆਂ ਲਹਿਰਾਂ ਨਿਕਲ ਰਹੀਆਂ ਸਨ। ਜਦੋਂ ਸੈਂਕੜੇ ਲਹਿਰਾਂ ਆ ਕੇ ਸਾਨੂੰ ਟਕਰਾਈਆਂ, ਸਾਡੇ ਮੂੰਹ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਨਿਕਲ ਲੱਗ ਪਿਆ। ਇਸ ਲਈ ਕਹਿੰਦੇ, ਸਾਧ ਕੈ ਸੰਗ ਨਾ ਮਨ ਤੇ ਵਿਸਰੈ। ਸਾਧੂ ਦੀ ਸੰਗਤ ਕਰਨਾ, ਰੱਬ ਮਨ ਤੋਂ ਨਹੀਂ ਭੁੱਲਦਾ, ਪਰਮਾਤਮਾ ਯਾਦ ਰਹਿੰਦਾ ਹੈ। ਕਿਉਂਕਿ ਸੰਗਤ ਹੀ ਉਸ ਦੀ ਕਰ, ਜਿਹੜਾ ਦਿਨ ਰਾਤ ਨਾਮ ਜਪਦਾ ਹੈ। ਸਾਧ ਸੰਤ ਉਹੀ ਹੁੰਦਾ ਜਿਹੜਾ ਹਰ ਵਕਤ ਨਾਮ ਜਪਦਾ ਰਹਿੰਦਾ ਹੈ। ਤਾਂ ਕਿ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹਾ। ਜਿਨ੍ਹਾਂ ਨੂੰ ਕਦੇ ਵੀ ਨਾਮ ਨਹੀਂ ਭੁੱਲਦਾ, ਕਦੇ ਕਿਹੋ ਜਿਹੇ ਨੇ? ਪ੍ਰਸ਼ਨ ਹੈ, ਕਿਹੋ ਜਿਹੇ ਨੇ? ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਅੱਗੇ ਜਵਾਬ ਦਿੰਦੇ ਨੇ,
ਭੇਦ ਜਾਣੋ ਮੂਲ ਸਾਈਂ ਜਿਹਾ। ਉਹ ਰੱਬ ਵਰਗੇ ਹੀ ਹੁੰਦੇ ਹਨ, ਉਹਨਾਂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸੋ ਸਾਧੂਆਂ ਦੇ ਹਿਰਦੇ 'ਚ ਰੱਬ ਵਸਦਾ ਹੈ, ਅਤੇ ਜਿਹਦੇ ਹਿਰਦੇ 'ਚ ਰੱਬ ਵਸ ਜੇ, ਇਹਦਾ ਮਤਲਬ ਰੱਬ ਦੀ ਯਾਦ ਉਹਦੇ ਹਿਰਦੇ 'ਚ ਵਸ ਗਈ। ਯਾਦ ਰੱਖੋ, ਜਿਹਦੀ ਯਾਦ, ਜੇ ਦੁਸ਼ਮਣ ਦੀ ਯਾਦ ਹਿਰਦੇ 'ਚ ਵਸ ਗਈ ਨਾ, ਦੁਸ਼ਮਣ ਯਾਦ ਆਈ ਜਾਣਾ। ਦੁਸ਼ਮਣ ਦੀ ਯਾਦ ਸਾਡੇ ਮਨ ਨੂੰ ਖਰਾਬ ਕਰਦੀ ਹੈ, ਬੇਸਵਾਦਾ ਕਰਦੀ ਹੈ। ਪਿਆਰੇ ਦੀ ਯਾਦ ਮਨ ਨੂੰ ਖੁਸ਼ੀ ਦਿੰਦੀ ਹੈ। ਪ੍ਰਭੂ ਦੀ ਯਾਦ, ਗੁਰੂ ਦੀ ਯਾਦ ਮਨ ਨੂੰ ਖੁਸ਼ੀ ਦਿੰਦੀ ਹੈ। ਦੁਸ਼ਮਣ ਦੀ ਯਾਦ ਦੁੱਖ ਦਿੰਦੀ ਹੈ। ਇਸ ਲਈ ਸਾਧੂ ਦੇ ਹਿਰਦੇ 'ਚ ਪਰਮਾਤਮਾ ਵਸਣ ਕਰਕੇ ਉਹ ਹਮੇਸ਼ਾ ਨਾਮ ਜਪਦੇ ਨੇ, ਅਤੇ ਫਿਰ ਜਿਹੜਾ ਉਹਨਾਂ ਦੀ ਅੱਗੇ ਸੰਗਤ ਕਰਦਾ ਹੈ ਉਹ ਵੀ ਹਰੀ ਦੇ ਗੁਣ ਗਾਉਂਦਾ ਹੈ। ਸਾਧ ਸੰਗ ਸਰ ਪਰ ਨਿਸਤਰੈ। ਜਿਹੜਾ ਸਾਧ ਸੰਗਤ ਕਰਦੇ ਨਾ, ਸਰ ਪਰ ਹੁੰਦਾ ਹਰ ਹਾਲਤ ਵਿੱਚ। ਉਹ ਹਰ ਹਾਲਤ ਵਿੱਚ ਤਰ ਜਾਂਦਾ ਹੈ। ਕਿੱਥੋਂ ਤਰਨਾ? ਇਸ ਸੰਸਾਰ ਸਮੁੰਦਰ ਤੋਂ। ਸੰਸਾਰ ਸਮੁੰਦਰ ਕਿਹਨੂੰ ਕਹਿੰਦੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਹਿੰਦੇ ਨੇ ਭਵ ਸਾਗਰ। ਇੱਕ ਸਮੁੰਦਰ ਹੁੰਦਾ ਸੀ, ਜਿਹਨੂੰ ਇੰਗਲਿਸ਼ ਕਹਿੰਦੇ ਸੀ। ਇੱਕ ਹੁੰਦਾ ਓਸ਼ਨ, ਹੁੰਦਾ ਸਾਗਰ, ਬਹੁਤ ਵੱਡਾ ਸਮੁੰਦਰ। ਭਵ ਸਾਗਰ ਇਹ ਬੁਰਾਈਆਂ ਦਾ ਬਹੁਤ ਵੱਡਾ ਸਮੁੰਦਰ ਹੈ। ਬੁਰਾਈਆਂ ਤੋਂ ਬਚ ਕੇ ਰਹਿਣਾ, ਇਹ ਉਹੀ ਬਚਦਾ ਜਿਹੜਾ ਸਾਧ ਸੰਗਤ ਕਰਦਾ ਅਤੇ ਦਿਨ ਰਾਤ ਨਾਮ ਜਪਦਾ। ਨਹੀਂ ਤਾਂ ਸਾਡੇ ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ ਹਮਲਾ ਕਰਦੇ ਰਹਿੰਦੇ ਨੇ। ਇਸੇ ਜਿਹੜਾ ਇਹਨਾਂ ਤੋਂ ਬਚ ਕੇ ਰਹਿੰਦੇ ਨਾ, ਸਮਝੋ ਉਹ ਭਵ ਸਾਗਰ ਤਰ ਗਿਆ ਹੈ, ਉਹ ਨਿਸਤਰ ਹੈ। ਸਾਧੂ ਦੀ ਸੰਗਤ ਕਰਨ ਨਾਲ ਮਨੁੱਖ ਹਰ ਹਾਲਤ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧੂ ਦੀ ਸੰਗਤ ਚੱਕ ਕੇ ਪਰਮਾਤਮਾ ਮਿੱਠਾ ਭਾਵ ਹੈ, ਪਿਆਰਾ। ਜੇ ਆਪਾਂ ਕਹਿੰਦੇ ਫਲਾਣੇ ਦੀ ਆਵਾਜ਼ ਬੜੀ ਮਿੱਠੀ ਹੈ, ਭਾਵ ਬੜੀ ਪਿਆਰੀ ਹੈ। ਸਾਧੂ ਦੀ ਸੰਗਤ ਚੱਕ ਕੇ ਨਾ ਪਰਮਾਤਮਾ ਪਿਆਰਾ ਲੱਗਦਾ। ਅਤੇ ਜਿਹੜਾ ਆਪਾਂ ਨੂੰ ਪਿਆਰਾ ਲੱਗੇ ਨਾ, ਆਪਾਂ ਉਹਦੀ ਗੱਲ ਸੁਣਨਾ ਚਾਹੁੰਦੇ ਹਾਂ। ਆਪਾਂ ਦੁਸ਼ਮਣ ਦੀ ਗੱਲ ਨਹੀਂ ਛੇਤੀ ਸੁਣਨਾ, ਵੀ ਛੱਡ ਯਾਰ, ਮਨ ਖਰਾਬ ਹੁੰਦਾ ਹੈ। ਪਿਆਰੇ ਦੀ ਗੱਲ ਕਰਕੇ ਰਾਜੀ ਹਾਂ, ਅਤੇ ਪਿਆਰੇ ਦੀ ਗੱਲ ਸੁਣ ਕੇ ਰਾਜੀ ਹੁੰਦੇ ਆਪਾਂ। ਇਸ ਲਈ ਸਾਧੂ ਦੀ ਸੰਗਤ ਚੱਕ ਕੇ ਪਰਮਾਤਮਾ ਪਿਆਰਾ ਲੱਗਣ ਲੱਗਾ, ਕਿਉਂਕਿ ਸਾਧੂ ਜਿਹੜਾ ਹੈ ਪਰਮਾਤਮਾ ਦੇ ਗੁਣ ਗਾਉਂਦਾ ਹੈ। ਉਹਦੇ ਗੁਣ ਸੁਣ ਕੇ ਸਾਡੇ ਅੰਦਰ ਵੀ ਦੇਵੇ ਇੰਨਾ ਗੁਣਵਾਨ ਹੈ ਪਰਮਾਤਮਾ, ਇੰਨਾ ਗੁਣਵਾਨ ਹੈ, ਆਪਾਂ ਵੀ ਉਹਦੇ ਗੁਣ ਗਾਓ, ਅਤੇ ਹੌਲੀ ਹੌਲੀ ਫਿਰ ਪਰਮਾਤਮਾ ਨਾਲ ਪਿਆਰ ਹੋ ਜਾਂਦਾ। ਕੋਈ ਬੰਦਾ ਜਦੋਂ ਤੁਹਾਨੂੰ ਮਿਲਦਾ, ਤੁਹਾਡੀ ਕੋਈ ਨਾ ਕੋਈ ਸਿਫਤ ਕਰਦਾ ਹੈ। 10-15 ਵਾਰ ਆਇਆ, 10-15 ਵਾਰੀ ਤੁਹਾਡੀ ਕਿਸੇ ਨਾ ਕਿਸੇ ਗੱਲ ਦੀ ਵਡਿਆਈ ਕੀਤੀ, ਤੁਹਾਡਾ ਹੌਲੀ ਹੌਲੀ ਉਹਦੇ ਨਾਲ ਸਨੇਹ ਹੋ ਜਾਏਗਾ, ਸਨੇਹ ਹੋ ਜਾਏਗਾ। ਐਂ ਪਰਮਾਤਮਾ ਦੇ ਗੁਣ ਸੁਣ ਕੇ ਪਰਮਾਤਮਾ ਦਾ ਹੌਲੀ ਹੌਲੀ ਪਿਆਰ ਹੋ ਜਾਂਦਾ। ਸਾਰੀ ਬਾਣੀ ਪਰਮਾਤਮਾ ਦੀ ਵਡਿਆਈ ਹੈ। ਵਾਹਿਗੁਰੂ ਵਾਹਿਗੁਰੂ ਕਰਨਾ ਪਰਮਾਤਮਾ ਦੀ ਵਡਿਆਈ ਹੈ। ਅਤੇ ਗੁਰਬਾਣੀ ਕਹਿੰਦੀ ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਵਡਿਆਈਆਂ ਕਰ ਕਰਕੇ ਇਸ ਵੱਡੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵਡਿਆਈ ਹਰ ਇੱਕ ਨੂੰ ਚੰਗੀ ਲੱਗਦੀ ਹੈ। ਵਡਿਆਈ ਹਰ ਇੱਕ ਨੂੰ ਚੰਗੀ ਲੱਗਦੀ। ਇਸ ਲਈ ਕਿਸੇ ਦਾ ਵੀ ਤੁਸੀਂ ਦਿਲ ਜਿੱਤਣਾ, ਉਹਦੀ ਵਡਿਆਈ ਕਰੋ ਅਤੇ ਦਿਲੋਂ ਉਸ ਨੂੰ ਪਿਆਰ ਕਰੋ। ਸਾਧੂਆਂ ਨੇ ਪਰਮਾਤਮਾ ਦੀ ਵਡਿਆਈ ਕਰ ਕਰਕੇ, ਪਰਮਾਤਮਾ ਨੂੰ ਦਿਲੋਂ ਪਿਆਰ ਕਰ ਕਰਕੇ ਉਹਦਾ ਜਿਹੜਾ ਹੈ ਦਿਲ ਜਿੱਤ ਲਿਆ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧੂ ਦੀ ਸੰਗਤ ਕਰਨਾ ਪਰਮਾਤਮਾ ਪਿਆਰਾ ਲੱਗਦਾ ਹੈ। ਸਾਧੂ ਕੈ ਸੰਗ ਘਾਟ ਘਾਟ ਡੀਠਾ।
ਸਾਧੂ ਦੀ ਸੰਗਤ ਕਰਨ ਵਾਲੋਂ ਹਰ ਹਿਰਦੇ 'ਚ ਪਰਮਾਤਮਾ ਦਿਸਣ ਲੱਗਦਾ ਵੀ ਪਰਮਾਤਮਾ ਹਰ ਇੱਕ ਦੇ ਵਿੱਚ ਵਸਦਾ ਹੈ। ਇੱਕ ਤਾਂ ਸੁਣ ਲਿਆ ਆਪਾਂ ਨੇ, ਹੁਣ ਜੇ ਤਾਂ ਕੋਈ ਆਮ ਬੰਦਾ ਕਹੇ ਵੀ ਰੱਬ ਹਰ ਇੱਕ ਦੇ ਵਿੱਚ ਵਸਦਾ ਹੈ, ਕੋਈ ਮੰਨੇ ਪਤਾ ਨਹੀਂ ਨਾ ਮੰਨੇ, ਜਾਂ ਤਾਂ ਮਨੁੱਖ ਸਾਇੰਸਦਾਨ ਦੀ ਗੱਲ ਮੰਨਦਾ ਹੈ ਜਾਂ ਫਿਰ ਗੁਰੂ ਦੀ ਗੱਲ ਮੰਨਦਾ ਹੈ। ਸਾਇੰਸਦਾਨ ਕਹਿੰਦੇ ਨੇ ਕਿ ਧਰਤੀ ਘੁੰਮਦੀ ਹੈ। ਬੱਚੇ ਨੂੰ ਪੁੱਛੋ ਤੈਨੂੰ ਧਰਤੀ ਘੁੰਮਦੀ ਮਹਿਸੂਸ ਹੁੰਦੀ ਕਿ ਨਾ ਜੀ ਖੜੀ ਹੈ, ਤਾਂ ਖੜੀ। ਮੈਂ ਦੇਖਿਆ ਟੀਚਰ ਕਹਿੰਦੇ ਧਰਤੀ ਘੁੰਮਦੀ ਹੈ, ਬੱਚੇ ਨੇ ਮੰਨ ਲਿਆ। ਮਾਂ ਕਹਿੰਦੀ ਹੈ ਵੇ ਕੋਈ ਨਹੀਂ ਘੁੰਮਦੀ ਘੁੰਮਦੀ, ਤੈਨੂੰ ਘੁੰਮਦੀ ਦਿਸਦੀ ਹੈ? ਜੇ ਧਰਤੀ ਘੁੰਮਦੀ ਹੁੰਦੀ ਆ ਦਰਵਾਜ਼ਾ ਉਦੋਂ ਨੂੰ ਨਾ ਹੋ ਜਾਂਦਾ। ਉਹ ਕਹਿੰਦੇ ਨਹੀਂ ਮੇਰੀ ਮੈਡਮ ਨੇ ਕਿਹਾ ਧਰਤੀ ਘੁੰਮਦੀ ਹੈ। ਉਹ ਮਾਂ ਦੀ ਨਹੀਂ ਮੰਨਦਾ, ਉਹ ਕਹਿੰਦਾ ਮੇਰੀ ਮੈਡਮ ਨੇ ਕਿਹਾ, ਮੇਰੇ ਸਰ ਨੇ ਕਿਹਾ ਧਰਤੀ ਘੁੰਮਦੀ ਹੈ। ਕਿ ਦੇਖ ਤਜਰਬਾ ਕਰਕੇ ਭਾਵੇਂ ਤੁਸੀਂ ਦੇਖ ਲਓ। ਸਾਇੰਸਦਾਨ ਕਹਿੰਦੇ ਧਰਤੀ ਘੁੰਮਦੀ ਹੈ, ਆਪਾਂ ਨੂੰ ਪਤਾ ਲੱਗੇ ਚਾਹੇ ਨਾ ਲੱਗੇ, ਘੁੰਮਦੀ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੋ ਗੱਲ ਕਹਿੰਦੇ ਨੇ ਫਿਰ ਸਿੱਖ ਉਸ ਨੂੰ 100% ਸੱਚ ਮੰਨ ਲੈਂਦਾ ਜੇ ਵਾਕਈ ਸਿੱਖ ਹੈ ਗੁਰੂ ਦਾ। ਜੇ ਗੁਰੂ ਦਾ ਸਿੱਖ ਹੈ ਤਾਂ ਗੁਰੂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਇਹ ਬਾਣੀ ਜਿਹੜੀ ਸਾਡੀ ਗੁਰੂ ਹੈ, ਇਸ ਦੀ ਕਿਸੇ ਗੱਲ 'ਤੇ ਵੀ ਜੇ ਕੋਈ ਸਿੱਖ ਕਿੰਤੂ ਪਰੰਤੂ ਕਰਦੇ ਦਾ ਮਤਲਬ ਸਿੱਖ ਦੇ ਵਿੱਚ ਹੀ ਕੋਈ ਕਮੀ ਆ ਗਈ ਹੈ। ਉਸ ਨੇ ਗੁਰੂ ਦੀ ਮੱਤ ਨੂੰ ਆਪਣੀ ਮੱਤ ਅਨੁਸਾਰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕਿੱਥੇ ਗੁਰੂ ਦੀ ਮੱਤ, ਕਿੱਥੇ ਸਾਡੀ ਮੱਤ ਹੈ। ਸਾਡੀ ਮੱਤ ਨਹੀਂ, ਸਾਡੀ ਮਨ ਮੱਤ ਹੈ। ਮਨ ਜੋ ਕਹਿੰਦਾ ਅਸੀਂ ਉਸ ਨੂੰ ਮੰਨ ਲੈਂਦੇ ਹਾਂ। ਜਿਹੜੀ ਗੁਰੂ ਦੀ ਮੱਤ ਹੁੰਦੀ ਹੈ ਤੇ ਰੱਬੀ ਮੱਤ ਹੁੰਦੀ ਹੈ, ਇਹ ਤੇ ਰੱਬੀ ਮੱਤ ਹੁੰਦੀ ਹੈ। ਜਿਵੇਂ ਰੱਬ ਸੱਚ ਹੈ, ਗੁਰੂ ਦੀ ਮੱਤ ਵੀ ਸੱਚ ਹੈ। ਰੱਬ ਸਦੀਵੀ ਹੈ, ਗੁਰੂ ਦੀ ਮੱਤ ਵੀ ਸਦੀਵੀ ਹੈ। ਇਹ ਬਾਣੀ ਜੁਗੋ ਜੁਗ ਅਟਲ ਹੈ। ਇਸ ਲਈ ਗੁਰੂ ਦੀ ਕਿਸੇ ਵੀ ਗੱਲ 'ਤੇ ਕਿੰਤੂ ਪਰੰਤੂ ਨਹੀਂ ਕਰੀਦਾ। ਸਗੋਂ ਜੇ ਨਾ ਸਮਝ ਆਵੇ ਤਾਂ ਕਿਸੇ ਮਹਾਂਪੁਰਖ ਨਾਲ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਜੀ ਵੀ ਬਾਣੀ 'ਚ ਐਂ ਲਿਖਿਆ ਹੋਇਆ ਹੈ, ਮੈਨੂੰ ਨਾ ਗੱਲ ਸਮਝ ਨਹੀਂ ਆਉਂਦੀ, ਕਿਰਪਾ ਕਰਕੇ ਮੈਨੂੰ ਸਮਝਾ ਦਿਓ। ਸੋ ਸਾਧੂ ਦੀ ਸੰਗਤ ਕਰਕੇ ਮਨੁੱਖ ਨੂੰ ਹਰ ਇੱਕ ਹਿਰਦੇ ਵਿੱਚ ਪਰਮਾਤਮਾ ਦਿਸਣ ਲੱਗ ਜਾਂਦਾ ਹੈ। ਇੱਕ ਸਮਾਂ ਆਉਂਦਾ ਫਿਰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ। ਤੁਸੀਂ ਕਹੋਗੇ ਕਿ ਜੀ ਉਸ ਨੂੰ ਅਸੀਂ ਨਹੀਂ ਦਿਸਦੇ ਬੈਠੇ। ਮੈਂ ਨਹੀਂ, ਉਹਨੂੰ ਤੁਹਾਡੇ ਸਾਰਿਆਂ ਦੇ ਵਿੱਚ ਰੱਬ ਦਿਸਣ ਲੱਗਦਾ ਵੀ ਤੇ ਰੱਬ ਰੂਪ ਬੈਠੇ ਨੇ। ਆ ਭਾਵੇਂ ਇਹ ਨਹੀਂ ਕਿ ਉਹਨੂੰ ਕੋਈ ਟਾਹਲੀ ਕਿੱਕਰ ਨਹੀਂ ਦਿਸਦੇ ਜਾਂ ਕੰਧਾਂ ਨਹੀਂ ਦਿਸਦੀਆਂ। ਭਾਵ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਦਿਸਦਾ ਹੈ। ਹੁਣ ਨਾਮਦੇਵ ਜੀ ਨੇ ਰੋਟੀ ਪਕਾ ਰਿਹਾ, ਕੁੱਤਾ ਆ ਗਿਆ, ਰੋਟੀ ਚੱਕ ਲੈ ਗਿਆ। ਆਪਾਂ ਨੂੰ ਕੁੱਤਾ ਹੀ ਦਿਸਣਾ ਸੀ। ਬਾਈ ਚਾਂਸ ਇੱਕ ਵਾਰੀ ਮੈਂ ਰੋਟੀਆਂ ਪਕਾ ਰਿਹਾ ਸੀ, ਗਰਮੀ ਦਾ ਮੌਸਮ, ਤੇ ਮੈਨੂੰ ਇਹ ਘਟਨਾ ਯਾਦ ਆ ਗਈ ਛੋਟੇ ਹੁੰਦੇ। ਤੇ ਮੈਂ ਕਿਹਾ ਵੀ ਮੈਂ ਇੰਨੀ ਗਰਮੀ 'ਚ ਸਟੋਵ 'ਤੇ ਰੋਟੀਆਂ ਪਕਾਇਆ, ਤੇ ਜੇ ਕੁੱਤਾ ਚੱਕ ਕੇ ਲੈ ਜਾਏ ਤਾਂ ਸ਼ਾਇਦ ਮੈਂ ਆਪਣਾ ਵੇਲਣਾ ਹੀ ਉਹਦੇ ਲੱਕ 'ਚ ਮਾਰਾਂ ਵੀ ਮੈਂ ਮਸਾਂ ਰੋਟੀ ਪਕਾਈ ਗਰਮੀ 'ਚ ਤੇ ਤੂੰ ਚੱਕੀ ਜਾਂਦਾ, ਕਿਉਂਕਿ ਮੇਰੇ ਲਈ ਤਾਂ ਕੁੱਤਾ ਹੀ ਹੈ ਨਾ। ਪਰ ਜਿਨ੍ਹਾਂ ਨੂੰ ਸਭ ਦੇ ਵਿੱਚ ਰੱਬ ਦਿਸਦਾ ਹੈ, ਉਹਨੂੰ ਕੁੱਤੇ ਦੇ ਵਿੱਚ ਰੱਬ ਦਿਸਿਆ ਵੀ, ਤੇ ਰੱਬ ਨੇ ਕੁੱਤੇ ਦਾ ਰੂਪ ਧਾਰਨ ਕੀਤਾ ਹੈ ਤੇ ਰੱਬ ਹੀ। ਸਿਰ ਰੱਬ ਕੋਈ ਵੀ ਰੂਪ ਧਾਰਨ ਕਰ ਸਕਦਾ ਹੈ। ਉਹ ਕੁੱਤੇ ਦਾ ਵੀ ਕਰ ਸਕਦਾ, ਉਹ ਸ਼ੇਰ ਦਾ ਵੀ ਕਰ ਸਕਦਾ, ਉਹ ਬੰਦੇ ਦਾ ਵੀ ਕਰ ਸਕਦਾ। ਉਹ ਤਾਂ ਸਮਰੱਥ ਹੈ ਕਿਸੇ ਦੇ ਰੂਪ ਧਾਰਨ ਕਰ ਲੈ। ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਸ਼ੇਰ ਨਹੀਂ ਦਿਸ ਰਿਹਾ, ਸ਼ੇਰ ਦੇ 'ਚ ਰੱਬ ਦਿਸ ਰਿਹਾ, ਇਸ ਲਈ ਨਹੀਂ ਡਰੇ। ਰੱਬ ਤੋਂ ਕੀ ਡਰਨਾ, ਉਹ ਤਾਂ ਆਪਣੇ ਹੀ ਹੈ।
ਆਪਣੇ ਤੋਂ ਕੀ ਡਰਨਾ ਹੁੰਦਾ। ਜੇ ਸੰਤ ਅਤਰ ਸਿੰਘ ਮਹਾਰਾਜ ਨੂੰ ਸ਼ੇਰ ਦੇ 'ਚ ਰੱਬ ਨਾ ਦਿਸਦਾ ਅਤੇ ਸ਼ੇਰ ਹੀ ਦਿਸਦਾ ਅਤੇ ਸ਼ਾਇਦ ਰਾਹ ਛੱਡ ਕੇ ਪਰਾਂ ਨੂੰ ਹੋ ਜਾਂਦੇ, ਪਰ ਨਹੀਂ, ਉਹਨਾਂ ਕਿਹਾ ਸੀ ਕਿਆ ਕੌਤਕ ਹੈ, ਆ ਭਗਵਾਨ ਸ਼ੇਰ ਦਾ ਰੂਪ ਧਾਰਨ ਕਰਕੇ ਆ ਰਿਹਾ ਹੈ। ਅਤੇ ਜਿਹੜਾ ਵਿਚਾਰਾ ਉਹਨਾਂ ਦਾ ਗੜਵਈ ਸੀ, ਉਹ ਮੇਰੇ ਵਰਗਾ ਸੀ, ਉਹ ਡਰ ਗਿਆ ਅਤੇ ਦਰਖਤ 'ਤੇ ਚੜ੍ਹ ਗਿਆ। ਉਹ ਦਰਖਤ 'ਤੇ ਚੜ੍ਹ ਗਿਆ ਭਗਤ ਸਿੰਘ। ਜਦੋਂ ਸ਼ੇਰ ਲੰਘ ਗਿਆ, ਭਗਤ ਸਿੰਘ ਉਤਰੇ, ਕਹਿੰਦਾ ਬਾਬਾ ਜੀ ਕਹਿੰਦੇ ਕੀ ਹੋ ਗਿਆ ਭਾਈ? ਕਹਿੰਦੇ ਤੁਸੀਂ ਸ਼ੇਰ ਨਹੀਂ ਵੇਖਿਆ? ਕਹਿੰਦੇ ਭਗਤ ਸਿੰਘ, ਜਿਹੜਾ ਸ਼ੇਰ ਤੂੰ ਵੇਖਿਆ ਨਾ, ਉਹ ਨਹੀਂ ਅਸੀਂ ਵੇਖਿਆ। ਕਹਿੰਦੇ ਸ਼ੇਰ ਤਾਂ ਇੱਕੋ ਹੀ ਸੀ। ਕਹਿੰਦੇ ਭਗਤ ਸਿੰਘ, ਤੈਨੂੰ ਸ਼ੇਰ ਦਿਸਿਆ, ਸਾਨੂੰ ਸ਼ੇਰ ਦੇ ਵਿੱਚ ਰੱਬ ਦਿਸਿਆ। ਚੰਗਾ ਹੈ ਤੂੰ ਦਰਖਤ 'ਤੇ ਚੜ੍ਹ ਗਿਆ, ਉਸ ਤੇਰੇ ਝਪਟਾ ਮਾਰਦਾ, ਪਰ ਸਾਨੂੰ ਤਾਂ ਪਤਾ ਸੀ ਤੇ ਪਰਮਾਤਮਾ ਆ ਰਿਹਾ ਹੈ ਸ਼ੇਰ ਦਾ ਰੂਪ ਧਾਰਨ ਕਰਕੇ, ਸਾਨੂੰ ਉਹਨੇ ਕੀ ਕਹਿਣਾ ਸੀ। ਇਸ ਲਈ ਸਾਧੂ ਦੀ ਸੰਗਤ ਕਰਨ ਵਾਲੇ ਸਮਾਂ ਪਾ ਕੇ ਹਰ ਇੱਕ ਸਰੀਰ ਦੇ ਪਰਮਾਤਮਾ ਦਿਸਣ ਲੱਗ ਜਾਂਦਾ। ਸਾਧ ਸੰਗ ਭਏ ਆਗਿਆਕਾਰੀ। ਜਿਹੜਾ ਸਾਧੂ ਦੀ ਸੰਗਤ ਕਰਦੇ ਨੇ ਉਹ ਆਗਿਆਕਾਰੀ ਹੋ ਜਾਂਦਾ। ਸਾਧੂ ਕੋਲ ਰਹਿ ਹੀ ਹੋ ਸਕਦਾ ਜਿਹੜਾ ਆਗਿਆਕਾਰੀ। ਦੂਜੇ ਦੇ ਅਗਲੇ ਜਿਹੜੇ ਜੁੱਲੀ ਜੱਪਾ ਚਕਾਉਂਦੇ, ਚੱਲ ਭੱਜਾ। ਜੇ ਆਗੇ ਹੀ ਨਹੀਂ ਮੰਨਣੀ ਤਾਂ ਉੱਥੇ ਰਹਿਣ ਦਾ ਕਿਆ ਫਾਇਦਾ ਜੀ। ਹੁਣ ਸਾਧੂ ਨੇ ਕਿਹਾ 2 ਵਜੇ ਸਵੇਰੇ ਉੱਠਣਾ ਜੀ, ਉਹ ਜੀ ਉੱਠ ਨਹੀਂ ਹੁੰਦਾ ਕਿ ਚੰਗਾ ਆਪਣੀ ਜੁੱਲੀ ਜੱਪਾ ਚੱਕ ਜਾਂ ਆਪਣੇ ਘਰ ਨੂੰ। ਸਾਡੇ ਕੋਲ ਰਹਿਣਾ ਤਾਂ 2 ਵਜੇ ਉੱਠਣਾ ਪੈਣਾ। ਜੇ ਨਹੀਂ ਮੰਨਦਾ ਉਹਨੂੰ ਕਹਿ ਲੈ ਜਾ ਆਪਣਾ ਬਿਸਤਰਾ ਚੱਕ ਕੇ, ਸਾਡੇ ਕੋਲ ਨਹੀਂ ਰਹਿਣਾ ਹੈ। ਜਦੋਂ ਉਹ ਸਾਧੂ ਦਾ ਆਗਿਆਕਾਰੀ ਹੋ ਜਾਂਦਾ, ਫਿਰ ਰੱਬ ਦਾ ਤੇ ਆਪੇ ਹੀ ਹੋ ਜਾਂਦਾ ਨਾ। ਉਹ ਫਿਰ ਉਹੀ ਕੰਮ ਕਰਦਾ ਜੋ ਬਾਣੀ ਕਹਿੰਦੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਤਾਂ ਨਿਰੰਕਾਰ ਹੈ, ਕਿਤੇ ਨਿਰੰਕਾਰ ਬੋਲਿਆ ਗੁਰੂ ਮਾਂ ਨੇ ਲਿਖਤਾ। ਇਹ ਬਾਣੀ ਨਿਰੰਕਾਰ ਨੇ ਬੋਲੀ ਹੈ, ਗੁਰੂ ਮਾਂ ਨੇ ਤਾਂ ਸਿਰਫ ਲਿਖੀ ਹੈ, ਗਾਈ ਹੈ। ਮਰਦਾਨਾ ਜੀ ਰਭਾਵ ਜਾਓ, ਬਾਣੀ ਆਈ ਹੈ। ਅਰ ਕਿੱਥੋਂ ਆ ਰਹੀ ਹੈ? ਸਵਾਲ ਪਏ ਕਿੱਥੋਂ ਬਾਣੀ ਆ ਰਹੀ ਹੈ? ਅਕਾਲ ਪੁਰਖ ਤੋਂ ਆ ਰਹੀ ਹੈ। ਮੈਂ ਮੁਹੰਮਦ ਸਾਹਿਬ ਦਾ ਜੀਵਨ ਪੜ੍ਹ ਰਿਹਾ ਸੀ। ਉਹ ਕਹਿੰਦੇ ਜਦੋਂ ਮੈਂ ਬੈਠਦਾ ਸੀ ਨਾ ਸਿਮਰਨ 'ਚ, ਅੱਖਾਂ ਮੇਰੀ ਬੰਦ ਹੁੰਦੀਆਂ ਸੀ, ਇੱਕ ਲੰਮੀ ਸਾਰੀ ਫੱਟੀ, ਕੋਈ 2-3 ਗਜ਼ ਲੰਮੀ ਫੱਟੀ, ਫੁੱਟ ਕੁ ਚੌੜੀ, ਉਹ ਮੈਨੂੰ ਆਕਾਸ਼ 'ਚ ਦਿਸਦੀ ਸੀ। ਆਕਾਸ਼ 'ਚ ਮੈਨੂੰ ਫੱਟੀ ਦਿਸਦੀ ਸੀ। ਉਸ ਦੇ ਉੱਤੇ ਅਰਬੀ ਭਾਸ਼ਾ 'ਚ ਆਇਤ ਲਿਖੀ ਹੁੰਦੀ ਸੀ। ਸਾਰਾ ਕੁਰਾਨ ਸ਼ਰੀਫ ਆਇਤਾਂ ਦੇ ਵਿੱਚ ਲਿਖਿਆ ਹੋਇਆ ਹੈ, ਜਿਹਨੂੰ ਆਪਾਂ ਸ਼ਲੋਕ ਕਹਿੰਦੇ। ਫਿਰ ਮੈਂ ਉਹ ਲਿਖ ਲਿਆ ਕਰਦਾ ਸੀ। ਇਸੇ ਤਰ੍ਹਾਂ ਮੈਨੂੰ ਉਹ ਹੁਕਮ ਆਈ ਗਏ ਅੱਲਾ ਦੇ, ਅਤੇ ਮੈਂ ਉਹ ਲਿਖੀ ਗਿਆ। ਤਾਂ ਕਹਿੰਦੇ ਜਿਹੜਾ ਕੁਰਾਨ ਹੈ ਇਹ ਵੀ ਅੱਲਾ ਦਾ ਹੁਕਮ ਹੈ। ਉਹ ਮੈਂ ਉਹ ਕਹੀ ਗਿਆ, ਮੈਨੂੰ ਵਿਖਾਈ ਗਿਆ ਅਤੇ ਮੈਂ ਲਿਖੀ ਗਿਆ। ਇਸੇ ਤਰ੍ਹਾਂ ਹੀ ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਉਹਦਾ ਹੁਕਮ ਹੈ। ਵਾਹਿਗੁਰੂ ਬੋਲਣਾ ਸ਼ੁਰੂ ਕਰਦਾ ਸੀ ਗੁਰੂ ਨਾਨਕ ਦੇਵ ਜੀ, ਗਾਉਣਾ ਸ਼ੁਰੂ ਕਰਦੇ ਸਨ। ਮਰਦਾਨਾ ਜੀ ਵਜਾਉਣਾ ਸ਼ੁਰੂ ਕਰ ਦਿੰਦੇ ਸਨ। ਤਿੰਨਾਂ ਦਾ ਮੇਲ ਹੈ। ਇੱਕ ਬੋਲ ਰਿਹਾ, ਦੂਜਾ ਗਾ ਰਿਹਾ, ਤੀਜਾ ਵਜਾ ਰਿਹਾ। ਦੇਖੋ ਫਿਰ ਰੱਬ ਬੋਲ ਰਿਹਾ, ਗੁਰੂ ਮਾਰੇ ਗਾ ਰਹੇ ਨੇ, ਮਰਦਾਨਾ ਵਜਾ ਰਿਹਾ ਹੈ, ਆਪੇ ਹੀ ਰੰਗ ਵੱਜ ਜਾਣਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਾਧ ਸੰਗ ਪਏ ਆਗਿਆਕਾਰੀ। ਜਿਹੜਾ ਸਾਧੂ ਦੀ ਸੰਗਤ ਕਰਦਾ ਉਹ ਆਗਿਆਕਾਰੀ ਹੋ ਜਾਂਦਾ ਹੈ, ਉਹ ਹੁਕਮ ਮੰਨਣ ਲੱਗ ਜਾਂਦਾ ਹੈ। ਅਤੇ ਗੁਰਬਾਣੀ ਕੇ ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਣ ਵਾਲੀ ਮਨੁੱਖ ਜਿਹਦਾ ਹੁਕਮ ਮੰਨ ਰਿਹਾ ਉਹਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ ਹੈ। ਜਦ ਅਸੀਂ ਪਰਮਾਤਮਾ ਦਾ ਗੁਰੂ ਦਾ ਹੁਕਮ ਮੰਨਾਂਗੇ ਤਾਂ ਅਸੀਂ ਉਹਨਾਂ ਦੀ ਨਜ਼ਰਾਂ 'ਚ ਪ੍ਰਵਾਨ ਹੋ ਜਾਵਾਂਗੇ, ਅਤੇ ਫਿਰ ਸਾਨੂੰ ਪਰਮਾਤਮਾ ਦਾ ਮਹਿਲ ਸੱਚਖੰਡ ਪ੍ਰਾਪਤ ਹੋ ਜਾਵੇਗਾ, ਕਿਉਂਕਿ ਆਗਿਆਕਾਰੀ ਹੋ ਗਏ। ਸਾਧ ਸੰਗ ਗਤ ਪਈ ਹਮਾਰੀ। ਗਤ ਉਹਦੀ ਮੁਕਤੀ। ਗਤ 2 ਪ੍ਰਕਾਰ ਦੀ ਹੁੰਦੀ ਹੈ।
ਮਰਨ ਤੋਂ ਬਾਅਦ ਅਗਲਾ ਜੀਵਨ ਮਿਲ ਗਿਆ, ਕਹਿੰਦੇ ਫਲਾਣੇ ਦੀ ਗਤੀ ਹੋ ਗਈ ਹੈ ਜੀ। ਜੇ ਅਗਲਾ ਜੀਵਨ ਨਾ ਮਿਲੇ ਤਾਂ ਜਿਹੜੀ ਰੂਹ ਹੈ ਉਹ ਭਟਕਦੀ ਰਹਿੰਦੀ ਹੈ। ਕਈ ਵਾਰੀ ਘਰ ਦੇ ਜੀਆਂ ਨੂੰ ਵਿਖਾਈ ਦਿੰਦੇ ਰਹਿੰਦੇ, ਮਰਿਆ ਹੋਇਆ ਬੰਦਾ ਘਰ ਦੇ ਜੀਆਂ ਨੂੰ ਵਿਖਾਈ ਦਿੰਦਾ, ਅਤੇ ਘਰ ਦੇ ਜੀਅ ਡਰ ਜਾਂਦੇ ਨੇ। ਆਪਣੇ ਹੀ ਬਾਪੂ ਬੇਬੇ ਹੁੰਦੀ ਹੈ, ਮਰਨ ਤੋਂ ਬਾਅਦ ਜੇ ਕਿਤੇ ਸੁਪਨੇ 'ਚ ਆ ਜਾਏ ਨਾ, ਤਰਬਕ ਕੇ ਅਗਲਾ ਉੱਠਦਾ ਹੈ, ਤਰਬਕ ਕੇ ਉੱਠਦਾ। ਇੱਕ ਵਾਰੀ ਮੇਰੀ ਸਵਰਗਵਾਸੀ ਮਿਸਿਸ ਬੀਬੀ ਸੁਰਜੀਤ ਕੌਰ ਢਿੱਲੋਂ, ਮੈਂ ਦੇਖਿਆ, ਮੈਂ ਰਾਤ ਹੈ, ਸੁੱਤਾ ਹੋਇਆ, ਦਰਵਾਜ਼ੇ ਨੂੰ ਅੰਦਰ ਕੁੰਡੀ ਲੱਗੀ ਹੋਈ ਹੈ, ਜਿਵੇਂ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਉਹਦੇ ਐਂ ਖੁੱਲ੍ਹਿਆ, ਅਤੇ ਮੇਰੇ ਮੂੰਹ ਅਚਾਨਕ ਨਿਕਲਿਆ, ਮੈਂ ਤੁਸੀਂ ਮੈਨੂੰ ਤਾਂ 2:30 ਵਜੇ ਜਗਾਤਾ ਜਾ ਕੇ। 2:30 ਵਜੇ? ਮੈਂ ਤੁਸੀਂ ਮੈਨੂੰ 2:30 ਵਜੇ ਜਗਾਤਾ ਆ ਕੇ, ਮੈਂ ਤਾਂ 4 ਵਜੇ ਉੱਠਣਾ ਸੀ। ਉਹ ਫਿਰ ਮੈਨੂੰ ਮੁੜ ਕੇ ਜਗਾਉਣ ਨਹੀਂ, ਚੰਗਾ ਫਿਰ ਸੁੱਤਾ ਹੀ ਰਹਿ ਤੂੰ। ਇਹ ਸਮਾਂ ਹੁੰਦਾ ਇੱਕ ਲਾਭ ਉਠਾਉਣ ਦਾ, ਉਹ ਲੰਘ ਗਿਆ, ਉਹ ਲੰਘ ਗਿਆ। ਸੋ 2 ਪ੍ਰਕਾਰ ਦੀਆਂ ਰੂਹਾਂ ਹੁੰਦੀਆਂ। ਇੱਕ ਰੂਹ ਜਿਹਨਾਂ ਨਾਮ ਨਹੀਂ ਜਪਿਆ ਹੁੰਦਾ ਅਤੇ ਉਹ ਤਾਂ ਭੂਤ ਪ੍ਰੇਤ ਬਣ ਕੇ ਦਿਸਦੇ ਨੇ। ਇੱਕ ਜਿਹੜੀ ਉੱਚੀਆਂ ਰੂਹਾਂ ਹੁੰਦੀਆਂ ਨੇ, ਕਈ ਵਾਰੀ ਪਰਮਾਤਮਾ ਉਹਨਾਂ ਨੂੰ ਕਿੰਨਾ ਸਮਾਂ ਹੋਰ ਸਰੀਰ ਨਹੀਂ ਦਿੰਦਾ, ਉਹ ਰੂਹਾਂ ਦੇ ਦੇਸ਼ ਵਿੱਚ ਰਹਿੰਦੀਆਂ ਨੇ, ਅਤੇ ਉਹ ਰੂਹ ਜਦੋਂ ਮਰਜ਼ੀ ਹੈ ਆ ਜਾ ਸਕਦੀ, ਉਹਨੂੰ ਕੋਈ ਰੁਕਾਵਟ ਨਹੀਂ। ਰੂਹਾਂ ਲਈ ਕੋਈ ਬੰਦ ਦਰਵਾਜ਼ੇ, ਕੋਈ ਰੁਕਾਵਟ ਨਹੀਂ ਹੁੰਦੇ, ਉਹ ਬੰਦ ਦਰਵਾਜ਼ੇ ਵਿੱਚੋਂ ਵੀ ਅੰਦਰ ਆ ਸਕਦੀਆਂ। ਚੰਗੀਆਂ ਰੂਹਾਂ ਜਦੋਂ ਆਉਣਗੀਆਂ, ਤੁਹਾਨੂੰ ਕੋਈ ਸਲਾਹ ਦੇਣਗੀਆਂ, ਤੁਹਾਡੇ ਭਲੇ ਲਈ ਤੁਹਾਨੂੰ ਕੁਛ ਕਹਿਣਗੀਆਂ। ਸੋ ਇੱਕ ਤਾਂ ਗਤੀ ਉਹ ਹੈ ਕਿ ਅਗਲਾ ਜੀਵਨ ਮਿਲ ਗਿਆ ਹੈ। ਦੂਸਰੀ ਗਤੀ ਉਹ ਹੁੰਦੀ ਹੈ ਜਦੋਂ ਮਨੁੱਖ ਮੁਕਤ ਹੋ ਜਾਂਦਾ, ਉਹ ਮੁੜ ਕੇ ਦੁਬਾਰਾ ਜਨਮ ਹੀ ਨਹੀਂ ਲੈਂਦਾ, ਉਹ ਇੱਥੇ ਗਤੀ ਹੈ। ਸਾਧ ਸੰਗਤ ਪਈ ਹਮਾਰੀ, ਸਾਧੂ ਦੀ ਸੰਗਤ ਕਰਕੇ ਸਾਨੂੰ ਮੁਕਤੀ ਮਿਲ ਗਈ ਹੈ, ਅਸੀਂ ਜਿਉਂਦੇ ਮੁਕਤ ਹੋ ਗਏ। ਸਾਧ ਕੈ ਸੰਗ ਮਿਟੇ ਸਭ ਰੋਗ। ਇੱਕ ਹੁੰਦਾ ਸਿਰ ਪੀੜ, ਢਿੱਡ ਪੀੜ, ਉਹਨਾਂ ਰੋਗਾਂ ਨਾਲ ਨਹੀਂ ਬਾਣੀ 'ਚ ਕੋਈ ਲੈਣਾ ਦੇਣਾ ਹੈ। ਬਾਣੀ 'ਚ 5 ਰੋਗ ਗਿਣੇ ਗਏ ਨੇ। ਗੁਰਬਾਣੀ ਜਦੋਂ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਇਹ ਨਹੀਂ ਸਮਝਣਾ ਹੈ ਕਿ ਜੋ ਵਿਖਾਈ ਦੇ ਰੱਖੇ, ਕਿਤੇ ਢਿੱਡ ਪੀੜ ਹੈ, ਕਿਤੇ ਸਿਰ ਦਰਦ ਹੋ ਰਿਹਾ, ਕਿਤੇ ਲੱਤ ਦੁਖਦੀ, ਨਹੀਂ। ਗੁਰਬਾਣੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਅਤੇ 5 ਰੋਗ ਗੁਰਬਾਣੀ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰਿਆਂ 'ਚ ਹੀ ਨੇ। ਇਸ ਲਈ ਜੋ ਜੋ ਦੀਸੈ ਸੋ ਸੋ ਰੋਗੀ। ਫਿਰ ਤੁਸੀਂ ਕਹੋਗੇ ਕੋਈ ਤੰਦਰੁਸਤ ਵੀ ਹੈ? ਗੁਰਬਾਣੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜੋਗੀ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ। ਹਿੰਦੀ ਵਾਲੇ ਕਹਿੰਦੇ ਯੋਗੀ, ਅਤੇ ਪੰਜਾਬੀ ਵਾਲੇ ਕਹਿੰਦੇ ਨੇ ਜੋਗੀ। ਅਤੇ ਅੱਜ ਕੱਲ੍ਹ ਤਾਂ ਜੋਗੀਏ ਰੰਗ ਦੇ ਕੱਪੜੇ ਪਾ ਲਓ ਅਤੇ ਲੋਕ ਕਹਿੰਦੇ ਜੋਗੀ ਆਏ ਨੇ। ਅਸਲ ਜੋਗੀ ਉਹ ਹੁੰਦਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਅਤੇ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ। ਜਿਵੇਂ ਇੱਕ ਲੂੰਬੜੀ ਨੇ ਅੰਗੂਰਾਂ ਦੇ ਗੁੱਛੇ ਵੇਖੇ, ਪਰ ਉਹ ਟੱਪੀ, ਬੜਾ ਜ਼ੋਰ ਲਾਇਆ ਵੀ ਮੈਂ ਪਹੁੰਚਾ ਮਾਰਾਂ ਜਾਂ ਮੂੰਹ ਨੇ ਗੁੱਛੇ ਪਾ ਲਾ। ਗੁੱਛੇ ਉੱਚੇ ਸਨ, ਲੂੰਬੜੀ ਦੀ ਕੋਈ ਪੇਸ਼ ਨਹੀਂ ਗਈ, ਅਤੇ ਅਖੀਰ 'ਤੇ ਵਿਚਾਰੀ ਬੇਸ਼ਰਮ ਹੋਈ, ਕਹਿੰਦੀ ਗ੍ਰੇਪਸ ਆਰ ਸਾਵਰ, ਅੰਗੂਰ ਖੱਟੇ ਨੇ, ਵੀ ਤਾਂ ਨਹੀਂ ਮੈਂ ਖਾਧੇ, ਤਾਂ ਨਹੀਂ ਖਾਧੇ। ਜਿਵੇਂ ਅੰਗੂਰ ਲੂੰਬੜੀ ਤੋਂ ਉੱਚੇ ਸਨ, ਉਹਦੀ ਪਹੁੰਚ ਤੋਂ ਉੱਚੇ ਸਨ, ਇਸੇ ਤਰ੍ਹਾਂ ਜਿਹੜਾ ਸਾਧੂ ਹੁੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪਹੁੰਚ ਤੋਂ ਉੱਚਾ ਹੋ ਗਿਆ ਹੁੰਦਾ। ਜਦੋਂ ਰਾਕਟ ਨਹੀਂ ਸਨ ਨਿਕਲੇ, ਹਵਾਈ ਜਹਾਜ਼ ਸਨ। ਇੱਕ ਕੈਪਟਨ ਕੁੱਕ ਸੀ, ਉਹਦੀ ਇੱਛਾ ਹੋਈ ਕਿ ਮੈਂ ਦੇਖਾਂ ਧਰਤੀ ਤੋਂ ਪਰਾਂ ਕੀ ਹੈ।
ਵੀ ਧਰਤੀ ਤੋਂ ਪਰਾਂ ਕੀ ਹੈ। ਉਹਨੇ ਹਵਾਈ ਜਹਾਜ਼ ਉਡਾਇਆ, ਇੱਕੋ ਸੇਧ 'ਚ ਲਈ ਗਿਆ ਵੀ ਜਿਵੇਂ ਕਦੇ ਇੱਧਰੋਂ ਕਦੇ ਇੱਧਰ, ਫਿਰ ਧਰਤੀ ਮੁੱਕਣੀ ਨਹੀਂ। ਇੱਕੋ ਸੇਧ ਦੇ ਵਿੱਚ ਹਵਾਈ ਜਹਾਜ਼ ਉਡਾਈ ਗਿਆ। ਕਈ ਘੰਟਿਆਂ ਬਾਅਦ ਜਦੋਂ ਹੇਠਾਂ ਧਰਤੀ ਦੇ ਬੈਠੇ ਨਾਲ ਕੰਟੈਕਟ ਕੀਤਾ, ਉਹ ਕਹਿੰਦਾ ਜਿੱਥੋਂ ਤੂੰ ਉੱਡਿਆ ਸੀ ਨਾ ਉੱਥੇ ਹੀ ਆ ਗਿਆ। ਉਹਨੇ ਫਿਰ ਸਿੱਧ ਕੀਤਾ ਧਰਤੀ ਗੋਲ ਹੈ। ਵੀ ਜੇ ਧਰਤੀ ਚੌਰਸ ਹੁੰਦੀ ਤਾਂ ਮੈਂ ਇਸ ਤੋਂ ਪਰਾਂ ਲੰਘ ਜਾਣਾ ਸੀ। ਜਹਾਜ਼ ਦੇ ਵਿੱਚ ਇੰਨੀ ਸ਼ਕਤੀ ਨਹੀਂ ਸੀ, ਧਰਤੀ ਦੇ ਵਿੱਚ ਖਿੱਚਣ ਸ਼ਕਤੀ ਹੈ। ਧਰਤੀ ਆਕਰਸ਼ਣ ਸ਼ਕਤੀ ਹੈ। ਕੋਈ ਚੀਜ਼ ਉੱਪਰ ਨੂੰ ਸੁੱਟੋ, ਧਰਤੀ ਆਪਣੇ ਵੱਲ ਨੂੰ ਉਹਨੂੰ ਖਿੱਚਦੀ ਹੈ। ਤੁਸੀਂ ਰੋੜਾ ਉੱਪਰ ਨੂੰ ਸੁੱਟੋ ਤਾਂ ਉਹ ਹੇਠਾਂ ਆਵੇਗਾ। ਨਿਊਟਨ ਪੜ੍ਹਾਈ 'ਚ ਵਿਚਾਰਾ ਪਹਿਲਾਂ ਕਮਜ਼ੋਰ ਸੀ, ਟੀਚਰ ਕੁੱਟਦਾ ਸੀ, ਉਹ ਕਈ ਵਾਰੀ ਸਕੂਲੋਂ ਭਾਜਿਆ ਕਰਦਾ ਸੀ। ਇੱਕ ਦਿਨ ਬਾਗ ਦੇ ਵਿੱਚ ਨਾ ਦਰਖਤ ਦੇ ਹੇਠਾਂ ਬੈਠਾ ਲੇਟਿਆ ਹੋਇਆ, ਉੱਤੋਂ ਅੰਬ ਡਿੱਗਿਆ ਅਤੇ ਉਹ ਸੋਚਣ ਲੱਗਿਆ ਵੀ ਅੰਬ ਹੇਠਾਂ ਨੂੰ ਕਿਉਂ ਆਇਆ, ਉੱਪਰ ਨੂੰ ਕਿਉਂ ਨਹੀਂ ਗਿਆ। ਅਤੇ ਬਸ ਉਹ ਫਿਰ ਖੋਜ ਕਰਦਾ ਰਿਹਾ ਅਤੇ ਸੰਸਾਰ ਦਾ ਕਿੱਡਾ ਪ੍ਰਸਿੱਧ ਵਿਦਵਾਨ ਸਾਇੰਸਦਾਨ ਬਣ ਗਏ ਨਿਊਟਨ। ਇਸੇ ਤਰ੍ਹਾਂ ਧਰਤੀ ਦੀ ਖਿੱਚਣ ਸ਼ਕਤੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਵੀ ਆਪਣੇ ਵੱਲ ਖਿੱਚਣ ਦੀ ਸ਼ਕਤੀ ਹੈ। ਜੇ ਤੇ ਸਾਡੀ ਭਗਤੀ ਥੋੜ੍ਹੀ ਹੈ ਤਾਂ ਫਿਰ ਇਹਨਾਂ ਬੁਰਾਈਆਂ ਨੇ ਸਾਨੂੰ ਆਪਣੇ ਵੱਲ ਖਿੱਚ ਲੈਣਾ ਅਤੇ ਅਸੀਂ ਫਿਰ ਬੁਰੇ ਕੰਮ ਕਰਨ ਲੱਗ ਜਾਣੇ। ਜਦੋਂ ਫਿਰ ਰਾਕਟ ਦੀ ਕਾਢ ਕੱਢੀ ਗਈ, ਰਾਕਟ ਜਦੋਂ ਧਰਤੀ ਤੋਂ ਉੱਡਦਾ ਨਾ 40,000 ਕਿਲੋਮੀਟਰ ਦੀ ਸਪੀਡ ਨਾਲ ਉੱਡਦਾ ਹੈ। ਉਹਦੀ ਰਫ਼ਤਾਰ, ਉਹਦੇ ਇੰਜਣ 'ਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਧਰਤੀ ਦੀ ਆਕਰਸ਼ਣ ਸ਼ਕਤੀ, ਗ੍ਰੈਵੀਟੇਸ਼ਨ ਤੋਂ ਬਾਹਰ ਨਿਕਲ ਜਾਂਦਾ ਹੈ ਅਤੇ ਉੱਪਰ ਜਾ ਕੇ ਕਹਿੰਦਾ ਹੁਣ ਆਪਣਾ ਅੰਗੂਠਾ ਵਿਖਾਉਂਦਾ ਉਹਨੇ ਧਰਤੀ ਨੂੰ, ਕਿਉਂ ਧਰਤੀ ਲਾ ਲਿਆ ਜ਼ੋਰ, ਮੈਂ ਆ ਚੱਲਿਆ। ਐਂ ਜਿਹੜੇ ਨਾਮ ਜਪਣ ਵਾਲੇ ਲੋਕ ਨੇ, ਜਦੋਂ ਉਹਨਾਂ ਦਾ ਪਰਮਾਤਮਾ ਦੇ ਨਾਲ ਕਨੈਕਸ਼ਨ ਜੁੜ ਜਾਂਦਾ ਨਾ, ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਸ਼ਕਤੀ ਤੋਂ ਉਹਨਾਂ ਦੀ ਆਪਣੀ ਸ਼ਕਤੀ ਵੱਧ ਜਾਂਦੀ ਹੈ ਅਤੇ ਉਹ ਇਹਨਾਂ ਤੋਂ ਉੱਪਰ ਹੋ ਜਾਂਦੇ ਨੇ, ਇਹਨਾਂ ਤੋਂ ਉੱਪਰ ਹੋ ਜਾਂਦੇ ਨੇ। ਇਸ ਲਈ ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਇਸ ਲਈ ਰੋਗ ਰਹਿਤ ਹੈ ਕਿ ਉਹ ਪਰਮਾਤਮਾ ਨਾਲ ਹਮੇਸ਼ਾ ਜੁੜਿਆ ਰਹਿੰਦਾ ਹੈ। ਇਸ ਲਈ ਇਹ ਬੁਰਾਈਆਂ ਉਸ 'ਤੇ ਕੋਈ ਅਸਰ ਨਹੀਂ ਪਾਉਂਦੀਆਂ। ਸਾਧ ਕੈ ਸੰਗ ਮਿਟੇ ਸਭ ਰੋਗ, ਸਾਰੇ ਰੋਗ, ਇਹ ਪੰਜੇ ਦੇ ਪੰਜੇ ਰੋਗ ਸਾਧੂ ਦੀ ਸੰਗਤ ਕਰਕੇ ਮਿਟ ਜਾਂਦੇ ਹਨ। ਨਾਨਕ ਸਾਧ ਭੇਟੇ ਸੰਯੋਗ, ਪਰ ਸਾਧੂ ਵੀ ਵੱਡੇ ਭਾਗਾਂ ਨਾਲ ਮਿਲਦੇ ਨੇ। ਜੇ ਵੱਡੇ ਭਾਗ ਹੋਣ ਔਰ ਜਿਸ ਸਾਧੂ ਨਾਲ ਸਾਡੇ ਪਿਛਲੇ ਜਨਮਾਂ ਦੇ ਸੰਯੋਗ ਹੋਣ, ਉਹਦੇ ਨਾਲ ਹੀ ਮੇਲ ਹੁੰਦਾ ਅਤੇ ਉਹੀ ਸਾਧੂ ਚੰਗਾ ਲੱਗਦਾ। ਸੰਤ ਅਤਰ ਸਿੰਘ ਜੀ ਮਹਾਰਾਜ ਦੇ ਬਾਅਦ ਸੰਤ ਤੇਜਾ ਸਿੰਘ ਜੀ ਸਨ ਉਹਨਾਂ ਦੇ ਪੱਕੇ ਸ਼ਰਧਾਲੂ, ਜਿਹੜੇ ਕਿ ਬਾਅਦ 'ਚ ਡੇਰਾਦਾਰ ਬਣੇ, ਜਿਹੜੇ ਕਿ ਕਿਸੇ ਸਮੇਂ ਪ੍ਰਿੰਸੀਪਲ ਹੋਇਆ ਕਰਦੇ ਸਨ। ਉਹ ਇੱਕ ਵਾਰੀ ਸੰਤ ਅਤਰ ਸਿੰਘ ਨੂੰ ਪੁੱਛਦੇ, ਮਹਾਰਾਜ ਜੀ, ਜੇ ਇੱਕ ਨਗਰ ਵਿੱਚ 3 ਬ੍ਰਹਮ ਗਿਆਨੀ ਹੋਣ ਤਾਂ ਕਿਸੇ ਵਿਅਕਤੀ ਨੂੰ ਤਿੰਨੋਂ ਕਿਉਂ ਨਹੀਂ ਚੰਗੇ ਲੱਗਦੇ? ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਚੰਗਾ ਲੱਗਦਾ, ਕਿਸੇ ਨੂੰ ਕੋਈ ਵੀ ਨਹੀਂ ਚੰਗਾ ਲੱਗਦਾ। ਇਹ ਵੀ ਹੈ, ਕਿਸੇ ਨੂੰ ਕੋਈ ਵੀ ਨਹੀਂ ਚੰਗਾ ਲੱਗਦਾ। ਕਈਆਂ ਨੂੰ ਕੋਈ ਸਾਧੂ ਚੰਗਾ ਲੱਗਦਾ, ਕਿਸੇ ਨੂੰ ਕੋਈ ਸਾਧੂ ਚੰਗਾ ਲੱਗਦਾ। ਬਥੇਰੇ ਲੋਕਾਂ ਨੂੰ ਕੋਈ ਵੀ ਸਾਧੂ ਨਹੀਂ ਚੰਗਾ ਲੱਗਦਾ, ਕੋਈ ਵੀ ਨਹੀਂ ਕਰਦਾ। ਉਹ ਸਾਧੂ ਨਿੰਦਿਆ ਕਰਦੇ, ਉਹਨੂੰ ਚੰਗਾ ਹੀ ਨਹੀਂ ਕੋਈ ਲੱਗਦਾ। ਸੰਤ ਅਤਰ ਸਿੰਘ ਜੀ ਕਹਿੰਦੇ, ਭਾਈ ਹੈਣ ਤੇ ਉਹ ਤਿੰਨੋਂ ਹੀ ਬ੍ਰਹਮ ਗਿਆਨੀ, ਪਰ ਜਿਸ ਨਾਲ ਤੁਹਾਡੇ ਕਿਸੇ ਜਨਮ ਦੇ ਵੀ ਸੰਯੋਗ ਹਨ, ਕੋਈ ਮੇਲ ਮਿਲਾਪ ਰਿਹਾ ਨਾ ਕੋਈ ਦਿਨ ਵੀ, ਸਿਰਫ ਉਹੀ ਤੁਹਾਨੂੰ ਚੰਗਾ ਲੱਗੇਗਾ ਅਤੇ ਸਿਰਫ ਉਸੇ ਸਾਧੂ ਕੋਲ ਤੁਸੀਂ ਜਾਓਗੇ। ਇਸ ਲਈ ਸਾਧੂ ਵੀ ਪਿਛਲੇ ਜਨਮਾਂ ਦੇ ਸੰਯੋਗਾਂ ਕਾਰਨ ਮਿਲਦਾ। ਆ ਜਿਹੜੇ ਸਾਡੇ ਧੀ ਪੁੱਤਰ ਨੇ, ਇਹ ਵੀ ਪਿਛਲੇ ਜਨਮ ਦੇ ਸੰਯੋਗਾਂ ਕਾਰਨ ਸਾਡੇ ਘਰ ਆਏ ਨੇ। ਇੱਕ ਬੱਚੇ ਨਾਲ ਸੰਯੋਗ ਸੀ, ਇੱਕ ਆ ਗਿਆ, 2 ਨਾਲ 2 ਸੀ, 5 ਨਾਲ 7 ਸੀ, 8 ਸੀ, ਕਿੰਨੇ ਸਨ। ਆ ਟੈਗੋਰ ਹੋਰੀ 14 ਭਰਾ ਸਨ ਅਤੇ 14ਵਾਂ ਰਵਿੰਦਰ ਨਾਥ ਟੈਗੋਰ ਸੀ।
ਤੇਰਾ ਨੂੰ ਕੋਈ ਨਹੀਂ ਜਾਣਦਾ, ਰਵਿੰਦਰਨਾਥ ਟੈਗੋਰ ਨੂੰ ਦੁਨੀਆ ਜਾਣਦੀ ਹੈ। ਉਦੋਂ ਇੰਨੇ ਨੇ ਬੱਚੇ ਹੋਇਆ ਕਰਦੇ ਸਨ, ਸੰਯੋਗ ਸਨ। ਇਸ ਲਈ ਸਾਧੂ ਵੀ ਸੰਯੋਗਾਂ ਨਾਲ ਮਿਲਦੇ ਨੇ। ਜੇ ਕਿਸੇ ਵੀ ਸਾਧੂ ਨਾਲ ਸੰਯੋਗ ਨਹੀਂ ਤਾਂ ਫਿਰ ਕੋਈ ਵੀ ਸਾਧ ਦੇ ਨੇੜੇ ਅਸੀਂ ਨਹੀਂ ਜਾਵਾਂਗੇ, ਸੰਗਤ ਨਹੀਂ ਕਰਾਂਗੇ, ਕਿਉਂਕਿ ਉਹਨੂੰ ਸਾਨੂੰ ਦਿਲੋਂ ਚੰਗਾ ਹੀ ਨਹੀਂ ਉਹ ਲੱਗਦਾ। ਸੰਯੋਗ ਹੁੰਦਾ। ਹੁਣ ਮੇਰੇ ਸੰਯੋਗ ਜਿਹੜੇ ਸਨ, ਸੰਤ ਸੀਤਲ ਸਿੰਘ ਜੀ ਥੜੀ ਸਾਹਿਬ ਵਾਲੇ, ਸੰਤ ਸੁਖਦੇਵ ਸਿੰਘ ਜੀ ਅਲੌਰਾ ਸਾਹਿਬ ਵਾਲੇ, ਕਿਉਂਕਿ ਜਦੋਂ ਮੈਂ 10ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਭਾਈ ਮਣੀ ਸਿੰਘ ਜੀ ਤੋਂ ਸੰਥਿਆ ਲਿਆ ਕਰਦਾ ਸੀ, ਉਦੋਂ ਸੰਤ ਸੁਖਦੇਵ ਸਿੰਘ ਜੀ ਮਹਾਰਾਜ ਅਲੌਰਾ ਸਾਹਿਬ ਵਾਲੇ ਅਤੇ ਉਹਨਾਂ ਦੇ ਨਾਲ ਬਾਬਾ ਕਸ਼ਮੀਰਾ ਸਿੰਘ ਜੀ, ਉਹਨਾਂ ਦੇ ਨਾਲ ਬਾਬਾ ਹਰਦੇਵ ਸਿੰਘ ਜੀ, ਇਹ ਜਿਹੜੇ ਨੇ ਉਹਦੇ ਸਨ ਜਿਹੜੇ ਵਾਰਾਂ ਗਾਉਂਦੇ ਨੇ, ਕੀ ਕਹਿੰਦੇ, ਢਾਡੀ। ਸੰਤ ਸੁਖਦੇਵ ਸਿੰਘ ਜੀ ਸਰੰਗੀ ਵਜਾਇਆ ਕਰਦੇ ਸਨ, ਉਹ ਇੱਕ ਤਾਰ ਵਾਲੀ ਹੁੰਦੀ ਹੈ, ਅਤੇ ਇਹ ਦੋਨੋਂ ਢੱਡ ਵਜਾਇਆ ਕਰਦੇ ਸਨ। ਇਸ ਲਈ ਇਹ 10ਮ ਪਾਤਸ਼ਾਹ ਦਰਬਾਰ ਢਾਡੀ ਹੁੰਦੇ ਸਨ। ਅਤੇ ਸੰਤ ਸੀਤਲ ਸਿੰਘ ਜੀ ਮਹਾਰਾਜ ਇਹ ਭਾਈ ਬਚਿੱਤਰ ਸਿੰਘ ਹੁੰਦੇ ਸਨ, ਭਾਈ ਮਣੀ ਸਿੰਘ ਦੇ ਸਪੁੱਤਰ। ਸੰਤ ਸੀਤਲ ਸਿੰਘ ਜੀ ਭਾਈ ਮਣੀ ਸਿੰਘ ਦੇ ਸਪੁੱਤਰ ਸਨ, ਅਤੇ ਇਹਨਾਂ ਦਾ ਨਾਂ ਉਦੋਂ ਹੁੰਦਾ ਸੀ ਬਚਿੱਤਰ ਸਿੰਘ, ਜਿਨ੍ਹਾਂ ਤੋਂ 10ਮ ਪਾਤਸ਼ਾਹ ਨੇ ਉਹ ਸ਼ਰਾਬੀ ਹਾਥੀ ਨੂੰ ਮਰਵਾਇਆ ਸੀ। ਅਤੇ ਕਿਉਂਕਿ ਮੈਂ ਉੱਥੇ ਹੁੰਦਾ ਸੀ, ਇਸ ਲਈ ਮੇਰੇ ਇਹਨਾਂ ਨਾਲ ਸੰਯੋਗ ਸਨ। ਇਹ ਇਸ ਲਈ ਜਿੰਨਾ ਸਮਾਂ ਜਿਉਂਦੇ ਰਹੇ ਮੈਨੂੰ ਬਹੁਤ ਪਿਆਰ ਕਰਦੇ ਸਨ। ਇਹ ਸੰਯੋਗ ਹੁੰਦੇ ਨੇ। ਸਿਰਫ ਇੰਨੇ ਕਿ ਜੋ ਮੈਂ ਪਹਿਲੀ ਵਾਰ ਉਹਨਾਂ ਮੈਨੂੰ ਪਹਿਚਾਣ ਲਿਆ ਕਿ ਉਹ 300 ਸਾਲ ਪੁਰਾਣਾ ਸਾਡਾ ਸਾਥੀ ਆਇਆ, ਬੜਾ ਪਿਆਰ ਕੀਤਾ, ਖਲੋ ਕੇ ਮੈਨੂੰ ਜੱਫੀ ਪਾਈ ਉਹਨਾਂ ਨੇ। ਇਹ ਸੰਯੋਗ ਹੁੰਦੇ ਨੇ, ਐਵੇਂ ਨਹੀਂ ਸਾਧੂ ਮਿਲਦੇ। ਜੇ ਕਿਸੇ ਸਾਧੂ ਨਾਲ ਗੁਰੂ ਨਾਲ ਸੰਯੋਗ ਹੀ ਨਹੀਂ ਨਾ ਅਸੀਂ ਉਸਨੂੰ ਗੁਰੂ ਧਾਰਨ ਕਰਾਂਗੇ ਅਤੇ ਨਾ ਕਿਸੇ ਸਾਧ ਕੋਲ ਜਾਵਾਂਗੇ। ਨਾਨਕ ਸਾਧ ਭੇਟੇ ਸੰਯੋਗ, ਇਸ ਲਈ ਸਾਧ ਵੀ ਸੰਯੋਗਾਂ ਨਾਲ ਮਿਲਦੇ ਹਨ। ਅੱਗੇ ਕਹਿੰਦੇ ਸਾਧ ਕੀ ਮਹਿਮਾ ਭੇਦ ਨਾ ਜਾਣੈ। ਸਾਧੂ ਦੀ ਮਹਿਮਾ ਨੂੰ ਵਡਿਆਈ ਦਾ ਵੇਦ ਵੀ ਨਹੀਂ ਜਾਣਦੇ। ਜੇਤਾ ਸੁਣੇ ਤੇਤਾ ਬਖਿਆਨੈ। ਵੇਦਾਂ ਨੇ ਜਿੰਨਾ ਸੁਣਿਆ ਸਾਧੂਆਂ ਬਾਰੇ ਉਹਨਾਂ ਨੇ ਲਿਖਤਾ, ਬਿਆਨ ਕਰ ਦਿੱਤਾ ਹੈ। ਕਿਉਂਕਿ ਸਾਧੂ ਦੀ ਮਹਿਮਾ ਨੂੰ ਆਪਾਂ ਲੋਕ ਜਾਣ ਹੀ ਨਹੀਂ ਸਕਦੇ। ਇਸ ਲਈ ਵੇਦਾਂ ਨੇ ਵੀ ਜਿੰਨਾ ਸਾਧੂਆਂ ਬਾਰੇ ਸੁਣਿਆ ਸਿਰਫ ਓਨਾ ਹੀ ਉਹਨਾਂ ਨੇ ਵਰਣਨ ਕੀਤਾ। ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ, ਇਹ ਤਿਉਂ ਪੜ੍ਹਨਾ ਹੈ। ਜਦੋਂ ਕੋਈ ਸ਼ਬਦ ਗਿਣਤੀ ਦੱਸਦਾ ਹੋਵੇ ਅਤੇ ਹਾਹੇ ਨੂੰ ਔਂਕੜ ਜਾਂ ਦਲੈਂਕੜ ਲੱਗੇ ਹੋਣ ਤਾਂ ਹਾਹੇ 'ਤੇ ਟਿੱਪੀ ਲਾ ਕੇ ਬੋਲੀਦਾ, ਜਿਵੇਂ ਦੋ ਤਿਉਂ ਚੌਂ। ਦੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ ਦੇ ਮੋਢਾ। ਦੇਖੋ ਕਿਤੇ ਬੰਦਾ 4 ਬੰਦਿਆਂ ਦੇ ਮੋਢੇ 'ਤੇ ਜਾ ਰਿਹਾ ਹੈ। ਚੌਂ, ਦੋ, ਤਿਉਂ, ਇਹ 3 ਹੀ ਸ਼ਬਦ ਹੋਣਗੇ। ਦੋ ਤਿਉਂ ਚੌਂ, ਜਾਂ ਆਏਗਾ ਦੂਹੂੰ ਤਿਹੂੰ ਚਹੂੰ। ਰਹਿਤ ਚਹੂੰ ਦਿਸ ਘੇਰ, ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰ। ਜਦੋਂ ਤੁਸੀਂ ਸੁਖੀ ਹੋ, ਅਮੀਰ ਹੋ, ਲੋਕ ਰਿਸ਼ਤੇਦਾਰ ਦੋਸਤਦਾਰ ਚਾਰੇ ਪਾਸੇ ਘੇਰੇ ਰੱਖਦੇ ਨੇ। ਜਿੱਦੇ ਬਿਪਤਾ ਆ ਗਈ ਕੋਈ ਨਹੀਂ ਆਉਂਦਾ। ਆ ਜਿਹੜੇ ਵਿਚਾਰੇ ਕਰੋਨੇ ਨਾਲ ਮਰੇ, ਕਿਹਦਾ ਬਾਪ ਮਰ ਗਿਆ, ਪੁੱਤਰ ਗਏ ਹੀ ਨਹੀਂ ਮੜੀਆਂ ਤੱਕ। ਕਿਹਦਾ ਭਰਾ ਮਰ ਗਿਆ, ਭਰਾ ਮੜੀਆਂ ਤੱਕ ਗਿਆ ਹੀ ਨਹੀਂ ਹੈਗਾ। ਕਿਹਦਾ ਪਤੀ ਮਰ ਗਿਆ, ਪਤਨੀ ਮੜੀਆਂ ਤੱਕ ਨਹੀਂ ਗਈ, ਦੂਰ ਹੀ ਰਹੀ ਵੀ ਕਿਤੇ ਮੈਨੂੰ ਨਾ ਕਰੋਨਾ ਹੋ ਜਾਵੇ। ਉਦੋਂ ਪਤਾ ਲੱਗਦਾ ਕੌਣ ਆਪਣਾ ਹੈ। ਜਦੋਂ ਹਾਲਾਤ ਠੀਕ ਨੇ ਸਾਰੇ ਹੀ ਆਪਣੇ ਲੱਗਦੇ ਨੇ। ਜਦੋਂ ਫਿਰ ਬਿਪਤਾ ਪੈਂਦੀ ਸਭ ਸਾਥ ਛੱਡ ਜਾਂਦੇ ਨੇ। ਇਸ ਲਈ ਗੁਰੂ ਇਹ ਹੈ ਤਿਉਂ। ਮਾਇਆ ਦੇ 3 ਗੁਣ ਨੇ, ਰਜੋ ਸਤੋ ਤਮੋ। ਜਿਹੜੇ ਸਾਧੂ ਦੀ ਉਪਮਾ ਹੈ ਮਾਇਆ ਦੇ 3 ਗੁਣਾਂ ਤੋਂ ਉੱਚੀ ਹੈ। ਅਤੇ ਚੌਥਾ ਕੀ ਅਵਸਥਾ ਹੈ? ਉਹ ਹੈ ਤੁਰੀ ਅਵਸਥਾ, ਉਹ ਹੈ ਉਨਮਨੀ ਅਵਸਥਾ, ਉਹ ਹੈ ਚੌਥਾ ਪਦ।
ਉਹ ਹੈ ਬ੍ਰਹਮ ਗਿਆਨ ਦੀ ਅਵਸਥਾ। ਸੋ ਸਾਧੂ ਜਿਹੜੀ ਵਡਿਆਈ ਹੈ ਨਾ, ਉਹ ਤਿੰਨਾਂ ਗੁਣਾਂ ਤੋਂ ਉੱਪਰ ਹੈ। ਸਾਧੂ ਨਾ ਰਜੋ ਗੁਣ ਚਾਹੁੰਦੇ ਨੇ, ਨਾ ਤਮੋ ਗੁਣ ਚਾਹੁੰਦੇ ਨੇ, ਨਾ ਸਤੋ ਗੁਣ ਚਾਹੁੰਦੇ ਨੇ। ਤਮੋ ਗੁਣੀ ਬੰਦਾ ਉਹ ਹੁੰਦਾ ਹੈ, ਐਸੇ ਕੰਮ ਕਰਦਾ ਨਾ ਆਪ ਨੂੰ ਫਾਇਦਾ, ਨਾ ਕੋਈ ਸੰਸਾਰ ਨੂੰ ਫਾਇਦਾ। ਜਿਵੇਂ ਨਸ਼ਈ ਹੁੰਦੇ ਲੋਕ, ਨਸ਼ਈ ਬੰਦੇ ਨੂੰ ਆਪ ਨੂੰ ਵੀ ਕੋਈ ਫਾਇਦਾ ਨਹੀਂ, ਨਸ਼ਿਆਂ ਨੇ ਉਹਨੂੰ ਬਰਬਾਦ ਕਰਕੇ ਰੱਖ ਦਿੱਤਾ ਹੁੰਦਾ, ਨਾ ਸਮਾਜ ਨੂੰ ਉਸ ਤੋਂ ਕੋਈ ਫਾਇਦਾ ਹੈ। ਦੂਜੇ ਦਾ ਰਜੋ ਗੁਣੀ, ਜਿਹੜਾ ਕਹਿੰਦਾ ਮੇਰਾ ਫਾਇਦਾ ਹੋਣਾ ਚਾਹੀਦਾ, ਦੂਜੇ ਦਾ ਭਾਵੇਂ ਨੁਕਸਾਨ ਹੋ ਜਾਏ, ਦੂਜੇ ਭਾਵੇਂ ਨੁਕਸਾਨ ਹੋ ਜਾਏ, ਇਹ ਰਜੋ ਗੁਣੀ ਲੋਕ ਹੁੰਦੇ। ਸਤੋ ਗੁਣੀ ਲੋਕ ਹੁੰਦੇ ਨੇ ਬਈ ਨਾ ਭਾਈ ਆਪਣਾ ਵੀ ਭਲਾ ਹੋਵੇ, ਦੂਜਿਆਂ ਦਾ ਵੀ ਭਲਾ ਹੋਵੇ। ਉਹ ਐਸੇ ਕੰਮ ਕਰਦੇ ਨੇ ਜਿਸ ਨਾਲ ਉਹਨਾਂ ਦਾ ਵੀ ਭਲਾ ਅਤੇ ਦੂਜਿਆਂ ਦਾ ਵੀ ਭਲਾ। ਇਹ ਫਿਰ ਵੀ ਮਾਇਆ ਦੇ ਤਿੰਨਾਂ ਗੁਣਾਂ 'ਚ ਹੀ ਨੇ। ਜਿਹੜਾ ਸਾਧੂ ਗੁਰੂ ਹੁੰਦਾ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਂਦਾ ਹੈ। ਉਹਦੀ ਸੋਚ, ਉਹਦੇ ਕਰਮ ਰੱਬੀ ਹੋ ਜਾਂਦੇ ਹਨ, ਇਸ ਲਈ ਉਹਨਾਂ ਦੀ ਮਹਿਮਾ ਵੀ ਫਿਰ ਉੱਚੀ ਹੋ ਜਾਂਦੀ ਹੈ। ਕੋਈ ਰਜੋ ਗੁਣੀ, ਕੋਈ ਸਤੋ ਗੁਣੀ, ਕੋਈ ਤਮੋ ਗੁਣੀ ਉਹਨਾਂ ਦੀ ਮਹਿਮਾ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਸੋਚ ਤੋਂ ਹੀ ਉੱਪਰ ਨੇ। ਉਹ ਸੋਚ ਤੋਂ ਹੀ ਉੱਪਰ ਨੇ। ਇਹਨੂੰ ਪੜ੍ਹਨਾ ਤਿਹੋਂ ਆਹੇ ਤੇ ਟਿੱਪੀ ਲਾ ਕੇ ਪੜ੍ਹਨਾ। ਸਾਧ ਕੀ ਉਪਮਾ ਤਿਹੋਂ ਗੁਣ ਤੇ ਦੂਰ। ਸਾਧੂ ਦੀ ਉਪਮਾ ਵਡਿਆਈ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੈ। ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਦੀ ਵਡਿਆਈ ਤਾਂ ਸਾਰੇ ਥਾਵਾਂ 'ਤੇ ਹੁੰਦੀ ਹੈ। ਸਾਧੂ ਦੀ ਵਡਿਆਈ ਸਭ ਥਾਵਾਂ 'ਤੇ ਹੁੰਦੀ ਹੈ। ਸਾਧ ਕੀ ਸੋਭਾ ਕਾ ਨਾਹੀਂ ਅੰਤ। ਸਾਧੂ ਦੀ ਸੋਭਾ ਤਾਂ ਇੰਨੀ ਜ਼ਿਆਦਾ ਹੈ, ਇੰਨੀ ਵਡਿਆਈ ਜ਼ਿਆਦਾ ਹੈ ਕਿ ਉਹਦਾ ਤਾਂ ਕੋਈ ਅੰਤ ਹੀ ਨਹੀਂ ਵਡਿਆਈ ਦਾ। ਜਿੱਥੇ ਜਾ ਕੇ ਕਹੀਏ ਹਾਂਜੀ ਬਸ ਇੱਥੇ ਵਡਿਆਈ ਉਹਨਾਂ ਦੀ ਮੁੱਕ ਗਈ ਹੈ। ਜਿਵੇਂ ਆਪਾਂ ਪਰਮਾਤਮਾ ਦੀ ਸਾਰੀ ਵਡਿਆਈ ਨਹੀਂ ਕਰ ਸਕਦੇ, ਇਸੇ ਤਰ੍ਹਾਂ ਸਾਧੂ ਅਤੇ ਗੁਰੂ ਦੀ ਵੀ ਸਾਰੀ ਵਡਿਆਈ ਨਹੀਂ ਕਰ ਸਕਦੇ, ਕਿਉਂਕਿ ਉਹ ਸਾਡੀ ਸੋਚ ਤੋਂ ਹੀ ਉੱਪਰ ਨੇ। ਅਸੀਂ ਤਿੰਨਾਂ ਗੁਣਾਂ 'ਚ ਫਿਰ ਰਹੇ ਹਾਂ ਜੇ। ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਪਰ ਉਹ ਤਾਂ ਤਿੰਨਾਂ ਗੁਣਾਂ ਤੋਂ ਉੱਪਰ ਨੇ, ਇਸ ਲਈ ਅਸੀਂ ਉਹਨਾਂ ਬਾਰੇ ਪੂਰਾ ਜਾਣ ਹੀ ਨਹੀਂ ਸਕਦੇ। ਸਾਧ ਕੀ ਸੋਭਾ ਸਦਾ ਬੇਅੰਤ। ਸਾਧੂ ਦੀ ਸੋਭਾ ਤਾਂ ਬੇਅੰਤ ਹੈ, ਉਹਦੇ ਤੇ ਅੰਤ ਹੀ ਕੋਈ ਨਹੀਂ ਸੋਭਾ ਦਾ। ਬੇ ਹੁੰਦਾ ਬਿਨਾਂ, ਫਾਰਸੀ ਦਾ ਸ਼ਬਦ ਹੈ ਬੇ। ਬੇਅੰਤ, ਅੰਤ ਤੋਂ ਬਿਨਾਂ। ਬੇਅਕਲ, ਅਕਲ ਤੋਂ ਬਿਨਾਂ। ਬੇਵਕੂਫ, ਵਕੂਫ ਵੀ ਫਾਰਸੀ ਦਾ ਸ਼ਬਦ ਹੈ। ਬੇ ਬਿਨਾਂ, ਵਕੂਫ ਅਕਲ। ਅਲਾ ਕਹਿੰਦਾ ਜੀ ਬੇਵਕੂਫ ਹੈ। ਬੇਵਕੂਫ, ਬੱਬੇ ਲਾ ਫੱਫਾ ਨਹੀਂ ਬੋਲਣਾ। ਆਪ ਆਮ ਤਾਂ ਇਹੀ ਪੜ੍ਹਦੇ, ਇਹਦਾ ਜੀ ਬੇਵਕੂਫ ਹੈ। ਨਹੀਂ, ਬੇਵਕੂਫ ਵਾਹ ਵਾਹ ਬੋਲਣਾ ਜੇ ਬੋਲਣਾ ਤਾਂ। ਜੇ ਬੋਲਣਾ ਬੇਵਕੂਫ ਬੋਲਣਾ। ਅਸਲ ਸ਼ਬਦ ਹੈ ਬੇਵਕੂਫ। ਫਾਰਸੀ 'ਚ ਬੇਵਕੂਫ। ਬੇ ਮੈਨੇ ਬਿਨਾਂ, ਵਕੂਫ ਮੈਨੇ ਅਕਲ। ਜਿਹਦੇ 'ਚ ਅਕਲ ਨਾ ਹੋਵੇ ਕਹਿੰਦੇ ਇਹ ਤਾਂ ਜੀ ਬੇਵਕੂਫ ਹੈ, ਅਤੇ ਤੇਜ਼ੀ 'ਚ ਆਪਾਂ ਕਹਿੰਦੇ ਬੇਵਕੂਫ ਹੈ। ਇਸੇ ਤਰ੍ਹਾਂ ਬੇਅੰਤ ਹੈ, ਉਹਦਾ ਅੰਤ ਹੀ ਕੋਈ ਨਹੀਂ ਸੋਭਾ ਦਾ। ਸਾਧ ਕੀ ਸੋਭਾ ਊਂਚ ਤੇ ਊਂਚੀ। ਜਦੋਂ ਊੜੇ ਨੂੰ ਦਲੈਂਕੜ ਲੱਗ ਜਾਣ, ਇਹ ਹਿੰਦੀ ਦਾ ਸ਼ਬਦ ਬਣ ਜਾਂਦਾ ਹੈ, ਫਿਰ ਪੜ੍ਹਨਾ ਊਂਚ। ਜਦੋਂ ਊੜੇ ਨੂੰ ਔਂਕੜ ਹੋਵੇ, ਫਿਰ ਇਹ ਪੰਜਾਬੀ ਦਾ ਸ਼ਬਦ ਹੁੰਦਾ, ਫਿਰ ਬੋਲਣਾ ਉੱਚ, ਫਿਰ ਉੱਚ ਹੁੰਦਾ। ਇਹ ਊੜੇ ਨੂੰ ਦਲੈਂਕ ਲੱਗਣਾ ਹਿੰਦੀ ਦਾ ਬਣ ਗਿਆ, ਅਤੇ ਹਿੰਦੀ 'ਚ ਊਚ ਨਹੀਂ ਹੁੰਦਾ, ਹਿੰਦੀ 'ਚ ਹੁੰਦਾ ਊਂਚ। ਸਾਧ ਕੀ ਸੋਭਾ ਊਂਚ ਤੇ ਊਂਚੀ, ਪਰ ਬਹੁਤ ਉੱਚੀ। ਉੱਚੀ ਤੋਂ ਉੱਚੀ, ਪਰ ਬਹੁਤ ਉੱਚੀ। ਸਾਧੂ ਦੀ ਸੋਭਾ ਬਹੁਤ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ। ਮੂਚ ਨੇ ਵੱਡੀ, ਵੱਡੀ ਤੋਂ ਵੱਡੀ। ਮੂਚ ਤੇ ਮੂਚੀ, ਵੱਡੀ ਤੋਂ ਵੱਡੀ, ਪਰ ਬਹੁਤ ਵੱਡੀ। ਊਂਚ ਤੇ ਊਂਚੀ, ਬਹੁਤ ਉੱਚੀ। ਮੂਚ ਤੇ ਮੂਚੀ, ਬਹੁਤ ਵੱਡੀ। ਸਾਧੂ ਦੀ ਸੋਭਾ ਬਹੁਤ ਵੱਡੀ ਹੈ। ਸਾਧ ਕੀ ਸੋਭਾ ਸਾਧ ਬਣ ਆਈ।
ਸਾਧੂ ਦੀ ਸੋਭਾ ਤੇ ਸਾਧੂ ਨੂੰ ਹੀ ਬਣ ਆਉਂਦੀ ਹੈ, ਕਿਉਂਕਿ ਅਸੀਂ ਤਾਂ ਉਹਦੀ ਪੂਰੀ ਸੋਭਾ ਕਰ ਹੀ ਨਹੀਂ ਸਕਦੇ। ਉਹਨੂੰ ਹੀ ਬਣ ਆਉਂਦੀ ਹੈ, ਉਹਨੂੰ ਹੀ ਫਬਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਾਧੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਹੇ ਭਾਈ, ਸਾਧੂ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੁੰਦਾ। ਕਿਉਂ? ਦੋਨਾਂ ਦਾ ਸੁਭਾਅ, ਦੋਨਾਂ ਦੇ ਗੁਣ ਆਪਸ 'ਚ ਮਿਲਦੇ ਨੇ, ਤਾਂ ਹੀ ਬਣ ਆਈ ਨਾ। ਜੇ ਸੁਭਾਅ ਨਾ ਮਿਲਣ ਤਾਂ ਵੀ ਨਹੀਂ ਬਣ ਆਉਂਦੀ, ਅਤੇ ਜੇ ਗੁਣ ਨਾ ਆਪਸ 'ਚ ਮਿਲਣ ਤਾਂ ਵੀ ਨਹੀਂ ਬਣ ਆਉਂਦੀ। ਬਣ ਆਉਣ ਲਈ ਦੋ ਚੀਜ਼ਾਂ ਚਾਹੀਦੀਆਂ, ਇੱਕ ਸੁਭਾਅ ਮਿਲਣਾ ਚਾਹੀਦਾ, ਇੱਕ ਗੁਣ ਮਿਲਣੇ ਚਾਹੀਦੇ। ਸੋ ਸਾਧੂ ਦਾ ਸੁਭਾਅ, ਸਾਧੂ ਦੇ ਗੁਣ ਪਰਮਾਤਮਾ ਨਾਲ ਮੇਲ ਖਾਂਦੇ ਨੇ, ਇਸ ਲਈ ਉਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੈ। ਸਿਰਫ ਸ਼ਕਲਾਂ ਸੂਰਤਾਂ ਦਾ ਫਰਕ ਹੁੰਦਾ। ਤਾਂ ਇਹ ਧਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਦੇਖਣ ਨੂੰ ਦੋ ਸ਼ਕਲਾਂ ਨੇ, ਮੂਰਤ ਤੋਂ ਭਾਵੇਂ ਜੋਤ, ਪਰ ਦੋਨਾਂ 'ਚ ਜੋਤ ਇੱਕੋ ਹੋਵੇ, ਭਾਵ ਦੋਨਾਂ ਦਾ ਸੁਭਾਅ ਇੱਕੋ ਜਿਹਾ ਹੋਵੇ। ਉਹ ਅਸਲ ਧਨ ਫਿਰ ਹਨ, ਉਹ ਪਤੀ ਪਤਨੀ ਹਨ, ਉਹ ਭਗਤ ਤੇ ਪਰਮਾਤਮਾ ਹਨ। ਉਹਨਾਂ 'ਚ ਕੋਈ ਫਰਕ ਹੀ ਨਹੀਂ ਹੁੰਦਾ। ਇੱਥੋਂ ਤੱਕ ਹੋ ਗਏ ਨੇ 7 ਅਸ਼ਟਪਦੀ। ਹੁਣ 8ਵੀਂ ਅਸ਼ਟਪਦੀ ਸ਼ੁਰੂ ਹੋਣੀ ਹੈ। ਸ਼ਲੋਕ, ਇਹਨੂੰ ਸਲੋਕ ਨਹੀਂ ਪੜ੍ਹਨਾ। ਸ਼ਲੋਕ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ ਹੈ। ਅੱਧਾ ਸ਼ਸ਼ਾ, ਲਲੇ ਨੂੰ ਹੋੜਾ ਕਕਾ। ਸ਼ਲੋਕ ਆਪਾਂ ਸੱਸੇ ਦੇ ਪੈਰ 'ਚ ਬਿੰਦੀ ਪਾਣੀ, ਕਿਉਂਕਿ ਸੰਸਕ੍ਰਿਤ ਦੇ ਸ਼ਸ਼ਾ ਹੈ। ਇਹ ਸੰਸਕ੍ਰਿਤ ਆਈ। ਜਿਹੜੇ ਸਾਡੇ ਵਿਦਵਾਨ ਨੇ ਉਹ ਕਹਿੰਦੇ ਪੰਜਾਬੀ ਸੰਸਕ੍ਰਿਤ ਵਿੱਚੋਂ ਨਿਕਲੀ ਹੋਈ ਹੈ, ਹਿੰਦੀ ਵੀ ਸੰਸਕ੍ਰਿਤ ਵਿੱਚੋਂ ਨਿਕਲੀ ਹੋਈ ਹੈ। ਉੱਤਰੀ ਭਾਰਤ ਦੀਆਂ ਸਾਰੀਆਂ ਜ਼ਬਾਨਾਂ ਸੰਸਕ੍ਰਿਤ ਵਿੱਚੋਂ ਹੀ ਨਿਕਲੀਆਂ ਹੋਈਆਂ ਹਨ। ਸਮਾਂ ਪਾ ਕੇ ਉਹਨਾਂ 'ਚ ਸੁਧਾਰ ਹੁੰਦਾ ਗਿਆ, ਫਰਕ ਪੈਂਦਾ ਗਿਆ। ਸੋ ਇਸ ਲਈ ਇਹ ਸ਼ਲੋਕ, ਇੱਕ ਹੁੰਦਾ ਤਤ ਸਮ, ਇੱਕ ਹੁੰਦਾ ਤਦ ਭਾਵ। ਤਤ ਸਮ ਸ਼ਬਦੋ ਹੁੰਦੇ ਜਿਹੜੇ ਉਸੇ ਜ਼ਬਾਨ ਦੇ ਉਸੇ ਤਰ੍ਹਾਂ ਹੀ ਗੁਰਬਾਣੀ 'ਚ ਲਿਖੇ ਹੋਏ ਹਨ, ਜਿਸ ਜ਼ਬਾਨ ਦੇ ਹਨ। ਤਦ ਭਾਵ ਹੁੰਦਾ ਜਿਹੜੇ ਥੋੜ੍ਹੇ ਜਿਹੇ ਬਦਲ ਕੇ ਲਿਖੇ ਗਏ ਹਨ, ਜਿਹੜੇ ਹੂ ਬਹੂ ਜਿਸ ਜ਼ਬਾਨ ਦੇ ਨੇ ਉਹੀ ਸ਼ਬਦ ਲਿਖੇ ਗਏ ਨੇ ਗੁਰਬਾਣੀ 'ਚ, ਉਹ ਤਾਂ ਹੈਗੇ ਤਤ ਸਮ। ਪਰ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਬਦਲ ਕੇ ਲਿਖਿਆ ਗਿਆ ਹੈ ਉਹ ਹੁੰਦੇ ਤਦ ਭਾਵ। ਇਹ ਤਤ ਸਮ ਸ਼ਬਦ ਹੈ, ਹੂ ਬਹੂ ਸੰਸਕ੍ਰਿਤ ਦਾ ਸ਼ਬਦ ਹੈ ਸ਼ਲੋਕ। ਹੁਣ ਇਹ ਪੰਜਾਬੀ ਹਿੰਦੀ ਦਾ ਹੋ ਗਿਆ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਬ੍ਰਹਮ ਗਿਆਨੀ ਦੇ ਕੀ ਲੱਛਣ ਨੇ? ਕਿਵੇਂ ਪਤਾ ਲੱਗੇ ਬ੍ਰਹਮ ਗਿਆਨੀ ਹੈ? ਨਹੀਂ ਤਾਂ ਹਰ ਕੀ ਕਹੇ ਮੈਂ ਬ੍ਰਹਮ ਗਿਆਨੀ ਹਾਂ ਜੀ, ਹਰ ਕੀ ਕਹਿ ਦੂ। ਜਾਂ ਚੇਲੇ ਬਲ ਕੇ ਸੰਤਾਂ ਅੱਗੇ ਲਾ ਦੇਣੇ ਬ੍ਰਹਮ ਗਿਆਨੀ ਫਲਾਣਾ ਸਿੰਘ। ਫਿਰ ਕਈਆਂ ਨੂੰ ਡਾਊਟ ਹੁੰਦਾ ਵੀ ਬ੍ਰਹਮ ਗਿਆਨੀ ਕਿਤੇ ਅਧੂਰਾ ਤਾਂ ਨਹੀਂ ਹੁੰਦਾ, ਕਹਿੰਦੇ ਪੂਰਨ ਬ੍ਰਹਮ ਗਿਆਨੀ। ਉਹਨਾਂ ਨੂੰ ਇਹੀ ਨਹੀਂ ਪਤਾ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਉਹ ਅਤੇ ਜਿਹੜਾ ਆਪ ਪਰਮੇਸ਼ਰ ਹੈ ਉਹ ਕੋਈ ਅਧੂਰਾ ਹੋਵੇਗਾ? ਨਾ ਗਿਆਨ ਕਰਕੇ ਨਹੀਂ। ਉਹ ਫਲਾਣੇ ਨੇ ਤਾਂ ਆਪਣੇ ਸੰਤਾਂ ਲਿਖਿਆ ਬ੍ਰਹਮ ਗਿਆਨੀ ਫਲਾਣਾ ਸਿੰਘ ਹੈ। ਨਹੀਂ, ਸਾਡਾ ਸੰਤ ਦਾ ਪੂਰਨ ਬ੍ਰਹਮ ਗਿਆਨੀ ਹੈ। ਉਹ ਵਿਚਾਰੇ ਇਹੀ ਨਹੀਂ ਪਤਾ ਵੀ ਬ੍ਰਹਮ ਗਿਆਨੀ ਤਾਂ ਅਧੂਰਾ ਹੁੰਦਾ ਹੀ ਨਹੀਂ। ਸੋ ਬ੍ਰਹਮ ਗਿਆਨੀ ਦੇ ਕੀ ਲੱਛਣ ਨੇ? ਮਨ ਸਾਚਾ, ਜਿਹਨਾਂ ਦੇ ਮਨ 'ਚ ਰੱਬ ਵਸਦਾ ਹੈ। ਮੁਖ ਸਾਚਾ, ਜਿਹੜੇ ਦੇ ਮੁਖ 'ਚ ਰੱਬ ਵਸਦਾ। ਮਨ 'ਚ ਵੀ ਪਰਮਾਤਮਾ ਦਾ ਨਾਮ, ਮੁਖ 'ਚ ਵੀ ਪਰਮਾਤਮਾ ਦਾ ਨਾਮ। ਅਵਰ ਨਾ ਪੇਖੈ ਏਕਸ ਬਿਨ ਕੋਏ। ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਦੇ ਹੀ ਨਹੀਂ, ਭਾਵ ਉਹਨੂੰ ਸਭ ਦੇ ਵਿੱਚ ਪਰਮਾਤਮਾ ਹੀ ਦਿਸਦਾ ਹੈ। ਜਦੋਂ ਸਾਰਿਆਂ 'ਚ ਪਰਮਾਤਮਾ ਦਿਸਣ ਲੱਗ ਜੇ, ਉੱਥੇ ਜਾ ਕੇ ਗੁਰਬਾਣੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਉਹਨੂੰ ਸਾਰਿਆਂ 'ਚ ਰੱਬ ਦਿਸਦਾ ਹੈ, ਇਸ ਲਈ ਉਹਦੇ ਲਈ ਸਾਰੇ ਹੀ ਰੱਬ ਨੇ। ਬ੍ਰਹਮ ਗਿਆਨ ਦੇ ਇੱਕ ਤਾਂ ਇਹ ਲੱਛਣ ਹੁੰਦਾ। ਦੂਜਾ, ਮਨ 'ਚ ਹਰ ਵਕਤ ਪਰਮਾਤਮਾ ਦਾ ਨਾਮ ਵਸਦਾ ਹੈ ਅਤੇ ਮੁੱਖ 'ਚ ਵੀ ਪਰਮਾਤਮਾ ਦਾ ਨਾਮ ਵਸਦਾ ਹੈ। ਮੁੱਖ ਨੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ, ਹਿਰਦੇ 'ਚ ਵਸਾ ਕੇ ਰੱਖਦੇ ਨੇ ਅਤੇ ਹਰ ਇੱਕ ਥਾਂ 'ਤੇ ਅਤੇ ਹਰ ਇੱਕ ਦੇ ਵਿੱਚ ਉਹ ਰੱਬ ਨੂੰ ਵੇਖਦੇ ਹਨ। ਅੱਗੇ ਹੋਏ ਅਸ਼ਟਪਦੀ। ਅਸ਼ਟ ਹਿੰਦੀ ਦਾ ਸ਼ਬਦ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਦਾ, ਜਿਹਦੇ 8 ਪਦ ਹੋਣ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦਾ ਤੇ ਸੰਸਾਰ 'ਚ, ਪਰ ਉਹ ਮੋਹ ਮਾਇਆ ਤੋਂ ਉੱਪਰ ਹੁੰਦਾ ਹੈ। ਉਸ 'ਤੇ ਮੋਹ ਮਾਇਆ ਦਾ ਅਸਰ ਨਹੀਂ ਹੁੰਦਾ, ਉਸ 'ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅਸਰ ਨਹੀਂ ਹੁੰਦਾ। ਸੰਸਾਰ 'ਚ ਰਹਿੰਦਿਆਂ ਹੋਇਆਂ ਕਿਸੇ ਵੀ ਸੰਸਾਰਕ ਬੁਰਾਈ ਦਾ ਉਸ 'ਤੇ ਅਸਰ ਨਹੀਂ ਹੁੰਦਾ, ਇਸ ਲਈ ਉਹ ਨਿਰਲੇਪ ਹੁੰਦਾ ਹੈ। ਫਿਰ ਉਦਾਹਰਨ ਦਿੱਤੀ ਕਿਵੇਂ? ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਪਾਣੀ 'ਚ ਕਮਲ ਫੁੱਲ ਅਲੇਪ ਰਹਿੰਦਾ, ਨਿਰਲੇਪ ਰਹਿੰਦਾ। ਮੈਂ ਘਨੌਰ ਸਰਵਿਸ ਕਰਦਾ ਸੀ, ਉੱਥੇ ਸੜਕ ਦੇ ਨਾਲ ਜਿਹੜੇ ਖਤਾਨ ਸਨ, ਕਿਸਾਨਾਂ ਦਾ ਪਾਣੀ ਖੇਤਰ ਟੁੱਟ ਕੇ ਇੱਕ ਵਾਰੀ ਖਤਾਨਾਂ 'ਚ ਆ ਜਾਂਦਾ ਸੀ ਅਤੇ ਉੱਥੇ ਕਮਲ ਦੇ ਬੂਟੇ ਉੱਗੇ ਹੋਏ ਸਨ, ਕੋਈ ਗੋਡੇ ਗੋਡੇ ਬਸ ਇੰਨੇ ਕੁ ਸਨ। ਇੱਕ ਵਾਰੀ 1992 ਵਿੱਚ ਸ਼ਾਇਦ ਹੜ੍ਹ ਆ ਗਿਆ, ਬਹੁਤ ਹੜ੍ਹ ਆ ਗਿਆ, ਸੜਕ ਦੇ ਉੱਤੋਂ ਦੀ ਪਾਣੀ ਵਗ ਰਿਹਾ ਹੈ। ਸਾਡਾ ਬੱਸ ਵਾਲਾ ਹੌਲੀ ਹੌਲੀ ਬੱਸ ਨੂੰ ਚਲਾ ਰਿਹਾ ਹੈ ਕਿ ਕਿਤੇ ਸੜਕ ਤੋਂ ਬੱਸ ਇੱਧਰ ਉੱਧਰ ਨਾ ਹੋ ਜਾਏ। ਮੈਂ ਸੋਚਿਆ ਵੀ ਅੱਜ ਕਮਲ ਦੇ ਫੁੱਲ ਪਾਣੀ 'ਚ ਡੁੱਬ ਗਏ ਹੋਣਗੇ, ਕਿਉਂਕਿ ਉੱਥੇ ਗੋਡੇ ਗੋਡੇ ਸਨ ਅਤੇ ਪਾਣੀ 'ਤੇ ਲੱਖ ਲੱਖ ਹੋ ਗਿਆ ਹੈ। ਅਤੇ ਜਦੋਂ ਮੈਂ ਉੱਥੇ ਪਹੁੰਚਿਆ ਮੈਂ ਹੈਰਾਨ ਹੋ ਗਿਆ ਕਿ ਉਹ ਫੁੱਲ ਪਾਣੀ ਤੋਂ ਉੱਪਰ ਨੇ। ਕੁਦਰਤ ਨੇ ਐਸੀ ਉਹਦੀ ਡੰਡੀ ਬਣਾਈ ਹੈ, ਜੇ ਪਾਣੀ ਫੁੱਟ ਉੱਚਾ ਹੋ ਗਿਆ ਹੈ ਡੰਡੀ ਵੀ ਫੁੱਟ ਉੱਚੀ ਹੋ ਜਾਣੀ, ਪਾਣੀ 2 ਫੁੱਟ ਉੱਚਾ ਹੋ ਗਿਆ ਡੰਡੀ ਨੇ ਵੀ 2 ਫੁੱਟ ਉੱਚਾ ਹੋ ਜਾਣਾ, ਪਾਣੀ 3 ਫੁੱਟ ਉੱਚਾ ਹੋ ਗਿਆ ਡੰਡੀ ਨੇ 3 ਫੁੱਟ ਉੱਚੀ ਹੋ ਜਾਣਾ, ਨਾਲ ਦੀ ਨਾਲ ਉੱਚੀ ਹੋਈ ਜਾਂਦੀ, ਪਾਣੀ ਡੁੱਬਦਾ ਹੀ ਨਹੀਂ। ਫੁੱਲ ਪਾਣੀ 'ਚ ਰਹਿੰਦਾ ਹੈ ਵੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਇਸ ਤਰ੍ਹਾਂ ਜਿਹੜਾ ਬ੍ਰਹਮ ਗਿਆਨੀ ਹੁੰਦਾ ਸੰਸਾਰ 'ਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਨਿਰਲੇਪ ਰਹਿੰਦਾ। ਬ੍ਰਹਮ ਗਿਆਨੀ ਸਦਾ ਨਿਰਦੋਖ, ਦੋਖ ਭਾਵ ਦੋਸ਼, ਨਿਰਦੋਸ਼ ਅਲਾ ਕਹੀਏ ਤਾਂ ਨਿਰਦੋਸ਼ ਹੈ, ਇਹਦਾ ਕੋਈ ਦੋਸ਼ ਨਹੀਂ। ਬ੍ਰਹਮ ਗਿਆਨੀ ਤਾਂ ਸਦਾ ਹੀ ਨਿਰਦੋਸ਼ ਹੈ, ਉਹਦੇ ਦੋਸ਼ ਹੁੰਦੇ ਹੀ ਕੋਈ ਨਹੀਂ ਹੈ। ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਦੇ ਸਾਹਮਣੇ ਕੋਈ ਵੀ ਚੀਜ਼ ਤੁਸੀਂ ਰੱਖੋ, ਸੂਰਜ ਕੋਈ ਸਮੇਂ 'ਚ ਉਸ ਨੂੰ ਸੁਕਾ ਦਿੰਦਾ ਹੈ, ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਸਾਹਮਣੇ ਜੋ ਵੀ ਆਉਂਦਾ ਹੈ ਬ੍ਰਹਮ ਗਿਆਨੀ ਉਹਦੇ ਵਿੱਚ ਸਾਰੇ ਪਾਪ ਕੱਢ ਦਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਸਾਰੇ ਬਰਾਬਰ ਨੇ। ਉਹ ਕਿਸੇ ਨੂੰ ਚੰਗਾ ਮੰਦਾ ਵੱਡਾ ਛੋਟਾ ਨਹੀਂ ਸਮਝਦਾ, ਸਭ ਨੂੰ ਇੱਕ ਸਮਾਨ ਸਮਝਦਾ। ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਪਵਾਨ ਹੁੰਦੀ ਹਵਾ, ਪਵਨ। ਹਵਾ ਜਦੋਂ ਚੱਲਦੀ ਹੈ ਰਾਜ ਰਾਜੇ ਨੂੰ ਵੀ ਲੱਗਦੀ ਹੈ, ਅਤੇ ਰੰਗ ਹੁੰਦਾ ਗਰੀਬ, ਗਰੀਬ ਨੂੰ ਵੀ ਲੱਗਦੀ ਹੈ, ਤੁਲ ਹੁੰਦਾ ਬਰਾਬਰ। ਇਹ ਨਹੀਂ ਹਵਾ ਕਹਿੰਦੀ ਕਿ ਮੈਂ ਰਾਜੇ ਨੂੰ ਜ਼ਿਆਦਾ ਲੱਗੂਗੀ ਅਤੇ ਗਰੀਬ ਨੂੰ ਘੱਟ। ਦੋਨੋਂ ਹੀ ਬਾਹਰ ਬੈਠੇ ਨੇ ਵਰਾਂਡੇ 'ਚ, ਰਾਜਾ ਵੀ ਬੈਠਾ ਹੈ, ਰੰਕ ਵੀ ਬੈਠਾ, ਹਵਾ ਚੱਲੇਗੀ ਦੋਨੋਂ ਨੂੰ ਲੱਗੇਗੀ। ਇਸੇ ਤਰ੍ਹਾਂ ਜਿਵੇਂ ਹਵਾ ਦੇ ਸਾਹਮਣੇ ਨਾ ਕੋਈ ਰਾਜਾ ਹੈ ਨਾ ਕੋਈ ਰੰਕ ਹੈ, ਉਹ ਦੋਨਾਂ ਨੂੰ ਹੀ ਹਵਾ ਲੱਗਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਸਾਹਮਣੇ ਵੀ ਕੋਈ ਵੱਡਾ ਛੋਟਾ ਨਹੀਂ ਹੁੰਦਾ, ਉਹਦੀ ਦ੍ਰਿਸ਼ਟੀ ਸਮਾਨ ਹੁੰਦੀ ਹੈ, ਇੱਕੋ ਜਿਹੀ ਹੁੰਦੀ ਹੈ, ਇੱਕੋ ਜਿਹਾ ਉਹ ਵਿਹਾਰ ਕਰਦਾ। ਬ੍ਰਹਮ ਗਿਆਨੀ ਕੈ ਧੀਰਜ ਏਕ, ਪਰਮਾਤਮਾ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ ਉਹਦਾ ਧੀਰਜ ਇੱਕੋ ਜਿਹਾ ਰਹਿੰਦਾ ਹੈ। ਕਿਸੇ ਨੇ ਅਵਤਬਾ ਬੋਲਤਾ ਤਾਂ ਵੀ ਸ਼ਾਂਤ ਰਹਿੰਦਾ, ਕਿਸੇ ਨੇ ਵਡਿਆਈ ਕਰਤੀ ਤਾਂ ਵੀ ਸ਼ਾਂਤ ਰਹਿੰਦਾ, ਇੱਕ ਸਾਰ ਰਹਿੰਦਾ ਹੈ, ਕੋਈ ਇੱਕ ਸਾਰ ਰਹਿੰਦਾ। ਜਿਉਂ ਬਸੁਦਾ ਕੋ ਖੁਦੈ ਕੋ ਚੰਦਨ ਲੇਪ, ਇਹਨੂੰ ਬਸੁਦਾ ਨਹੀਂ ਪੜ੍ਹਨਾ, ਖਿਆਲ ਰੱਖਣਾ, ਇਹ ਹੈ ਬਸੁ ਪਲੱਸ ਧਾ, ਬਸੁਧਾ ਧਰਤੀ ਨੂੰ ਕਹਿੰਦੇ ਨੇ। ਜਿਉਂ ਬਸੁਧਾ ਕੋ ਖੁਦੈ ਕੋ ਚੰਦਨ ਲੇਪ, ਜਿਵੇਂ
ਧਰਤੀ ਨੂੰ ਕੋਈ ਪੁੱਟਦਾ ਹੈ ਤੇ ਕੋਈ ਚੰਦਨ ਦਾ ਲੇਪ ਕਰਦਾ ਹੈ, ਤੇ ਧਰਤੀ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪੁੱਟਣ ਵਾਲੇ ਨੂੰ ਕੋਈ ਗਾਲਾਂ ਨਹੀਂ ਕੱਢਦੀ ਤੇ ਲੇਪ ਕਰਨ ਵਾਲੇ ਦੀ ਕੋਈ ਵਡਿਆਈ ਨਹੀਂ ਕਰਦੀ, ਉਹ ਤੇ ਇੱਕਸਾਰ ਰਹਿੰਦੀ ਹੈ। ਐਂ ਬ੍ਰਹਮ ਗਿਆਨੀ ਵੀ ਇੱਕਸਾਰ ਹੀ ਰਹਿੰਦਾ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ। ਬ੍ਰਹਮ ਗਿਆਨੀ ਦਾ ਇਹੀ ਗੁਣ ਹੈ ਕਿ ਜਿਉਂ ਪਾਵਕ ਕਾ ਸਹਿਜ ਸੁਭਾਅ, ਜਿਵੇਂ ਅੱਗ ਦਾ ਸੁਭਾਅ ਹੈ ਕਿ ਜਿਹੜਾ ਵੀ ਨੇੜੇ ਆਵੇਗਾ ਉਹਨੂੰ ਸੇਕ ਦੇਵੇਗੀ, ਤੇ ਜਿਹੜਾ ਵਿੱਚ ਡਿੱਗੇਗਾ ਉਹਨੂੰ ਸਾੜ ਦੇਗੀ। ਉਹ ਇਹ ਨਹੀਂ ਵੇਖਦੀ ਅਮੀਰ ਹੈ ਤੇ ਮੈਨੂੰ ਨਾ ਸਾੜਾਂ, ਤੇ ਗਰੀਬ ਹੈ ਮੈਂ ਇਹਨੂੰ ਸਾੜਾਂ ਨਾ, ਇਹ ਅਮੀਰ ਹੈ ਤੈਨੂੰ ਮੈਂ ਨਾ ਸਾੜਾਂ। ਜਿਹੜੀ ਵੀ ਚੀਜ਼ ਅੱਗ ਦੇ ਵਿੱਚ ਪਾ ਦੋਗੇ, ਅੱਗ ਦਾ ਸੁਭਾਅ ਹੈ, ਉਸ ਨੂੰ ਸਾੜ ਦੇਣਾ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਵੀ ਇਹੀ ਸੁਭਾਅ ਕਿ ਜਿਹੜਾ ਉਹਦੇ ਨੇੜੇ ਆਉਂਦਾ ਉਹਦੇ ਅੰਦਰੋਂ ਜਿੰਨੇ ਪਾਪ ਨੇ ਸਾਰੇ ਸਾੜ ਦਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਇਹ ਬ੍ਰਹਮ ਗਿਆਨੀ ਦੇ ਗੁਰੂ ਮਹਾਰਾਜ ਗੁਣ ਦੱਸ ਰਹੇ ਹਨ ਵੀ ਬ੍ਰਹਮ ਗਿਆਨੀ ਦੇ ਗੁਣ ਕੀ ਨੇ। ਇਹ ਸਾਰੀ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨੀ ਦੀ ਹੀ ਡੈਫੀਨੇਸ਼ਨ ਹੈ। ਬ੍ਰਹਮ ਗਿਆਨੀ ਬਾਰੇ ਹੀ ਦੱਸਿਆ ਤਾਂ ਜੋ ਮਨੁੱਖ ਨੂੰ ਪਤਾ ਲੱਗ ਜਾਏ ਕਿ ਬ੍ਰਹਮ ਗਿਆਨੀ ਕਹਿੰਦੇ ਕਿਹਨੂੰ ਹਨ। ਅਤੇ ਬ੍ਰਹਮ ਗਿਆਨੀ ਜਿੰਨਾ ਚਿਰ ਬੰਦਾ ਬਣ ਨਹੀਂ ਜਾਂਦਾ ਉਹਨਾਂ ਚਿਰ ਐਕਚੁਅਲੀ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਇੱਥੇ ਚੋਰ ਮਰ ਗਿਆ ਹੈ, ਸਾਡੇ ਵਰਗੇ ਮਰਗ ਤੇ ਅਰਦਾਸ ਕਹੇ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਹੋਰ ਕੁਛ ਬਖਸ਼ੀ। ਸਭ ਫਾਰਮੈਲਿਟੀਆਂ ਨੇ। ਡਾਕੂ ਮਰ ਗਏ, ਉਹਦੇ ਲਈ ਵੀ ਵਿਚਾਰੇ ਕਹਿੰਦੇ ਸੱਚੇ ਪਾਤਸ਼ਾਹ ਜਿਉਂਦਿਆਂ ਹੋਇਆਂ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਹਨ, ਤੁਸੀਂ ਮਾਫ਼ ਕਰਨ ਵਾਲੇ ਨੂੰ ਮਾਫ਼ ਕਰੋ। ਲੈ ਜੇ ਇਹਦੇ ਨਾਲ ਹੀ ਮਾਫ਼ ਹੁੰਦੇ ਫਿਰ ਲੋੜ ਹੀ ਸਾਰਾ ਹੀ ਉਮਰ ਭਜਨ ਬੰਦਗੀ ਕਰਨ ਦੀ, ਚੰਗੇ ਕੰਮ ਕਰਨ ਦੀ। ਸਾਰੇ ਠੱਗੀਆਂ ਠੁੱਗੀਆਂ ਕਰਦੇ ਰਹੋ, ਲੁੱਟਾਂ ਖੋਹਾਂ ਕਰਦੇ ਰਹੋ, ਕਤਲ ਕਰਦੇ ਰਹੋ ਹੈਂ, ਅਤੇ ਅਖੀਰ ਭਜਨ ਬੰਦਗੀ ਕਰਨ ਦੀ ਲੋੜ ਨਹੀਂ। ਅਤੇ ਭਾਈ ਨੂੰ ਦਿਓ 100 ਰੁਪਈਆ, ਲੈ ਵੀ ਸੱਜਣਾ ਕਰਦੇ ਅਰਦਾਸ ਵੀ ਸਾਡਾ ਬੰਦਾ ਸੱਚ ਖੜ ਜਾਵੇ। ਕਈਆਂ ਵਿਚਾਰੇ ਤਾਂ ਪਹਿਲੇ ਹੀ ਲਿਖਿਆ ਹੁੰਦਾ ਫਲਾਣਾ ਸਿੰਘ ਜੀ ਸਵਰਗ ਸੁਧਾਰ ਗਿਆ ਹੈ। ਸੁਧਾਰ ਹੁੰਦਾ ਜਾਣਾ, ਸਵਰਗ ਸੁਧਾਰ ਗਿਆ ਵੀ ਸਵਰਗਾਂ ਨੂੰ ਚਲਿਆ ਗਿਆ। ਜਿਹੜਾ ਬੰਦਾ ਸਵਰਗਾਂ ਨੂੰ ਚਲਿਆ ਗਿਆ ਫਿਰ ਹੇਠਾਂ ਲਿਖਿਆ ਹੁੰਦਾ ਉਹਦੀ ਆਤਮਿਕ ਸ਼ਾਂਤੀ ਲਈ ਅਰਦਾਸ। ਉਹ ਸਗੋਂ ਗਿੱਧੇ ਪਾਉਣੇ ਚਾਹੀਦੇ ਨੇ, ਸਾਡਾ ਬੰਦਾ ਸਵਰਗ ਨੂੰ ਚਲਿਆ ਗਿਆ। ਉਹਦੀ ਆਤਮਿਕ ਜੇ ਅਸ਼ਾਂਤ ਹੀ ਆਤਮਾ ਉਹਦੀ ਆਪੇ ਲਿਖਦੇ ਨੇ। ਕੋਈ ਕਹੇ ਸਾਡਾ ਫਲਾਣ ਪਿਆਰਾ ਬਾਪੂ ਗੁਰੂ ਚਰਨਾਂ ਜਾ ਬਰਾਜਿਆ, ਵੀ ਜਿਹੜਾ ਗੁਰੂ ਦੇ ਚਰਨਾਂ 'ਚ ਬਰਾਜ ਗਿਆ ਅਤੇ ਗੁਰੂ ਮਹਾਰਾਜ ਤੇ ਰਹਿੰਦੇ ਸੱਚਖੰਡ 'ਚ, ਇਹ ਤਾਂ ਮੈਂ ਤੁਹਾਡਾ ਬਾਪੂ ਤੇ ਸੱਚਖੰਡ ਚਲੇ ਗਿਆ ਅਤੇ ਹੁਣ ਉਹਦੇ ਲਈ ਕਿਹੜੀ ਤੁਸੀਂ ਅਰਦਾਸ ਕਰਨੀ। ਐਵੇਂ ਫਾਰਮੈਲਿਟੀਆਂ ਹੋ ਗਈਆਂ ਹਨ। ਕਾਰਡ ਜੇ ਛਪੇ ਹੁੰਦੇ ਨੇ ਬਸ ਉਹ ਪਹਿਲੇ ਹੀ ਛਪੇ ਹੁੰਦੇ ਨੇ, ਉਸ 'ਤੇ ਨਾਂ ਜਹਾਂ ਜੀ ਕੀ ਨਾਂ ਜਿਹੜਾ ਮਰ ਗਿਆ ਆਹ ਨਾਂ, ਚਲੋ ਜੀ ਓਕੇ। ਫਿਰ ਤਾਂ ਇੰਨੀ ਭਜਨ ਬੰਦਗੀ ਕਰਨ ਦੀ ਲੋੜ ਹੀ ਨਹੀਂ ਹੈਗੀ ਜੇ ਐਂ ਜਾਂਦਾ ਹੋਵੇ ਬੰਦਾ। ਇਹ ਤਾਂ ਬ੍ਰਹਮ ਗਿਆਨੀ ਬਣਨਾ ਕਿੰਨਾ ਹੁੰਦਾ ਔਖਾ, ਕਿੰਨੇ ਗੁਣ ਉਸ 'ਚ ਚਾਹੀਦੇ ਨੇ ਤਾਂ ਜਾ ਕੇ ਸਾਧ ਬਣਨਾ ਕੋਈ ਸੌਖਾ ਕੰਮ ਹੈ। ਸਾਧ ਜਿੰਨਾ ਚਿਰ ਆਪਣਾ ਸੁਭਾਅ ਆਪਣੇ ਗੁਣ ਪਰਮਾਤਮਾ ਵਾਲੇ ਨਹੀਂ ਕਰ ਸਕਦਾ ਉਹਨਾਂ ਚਿਰ ਸਾਧ ਕਹਿਲਾ ਹੀ ਨਹੀਂ ਸਕਦਾ ਹੁੰਦਾ ਸੀ। ਸਾਰੀ ਅਸ਼ਟਪਦੀ ਵਿੱਚ ਬ੍ਰਹਮ ਗਿਆਨੀ ਦੀ ਜਿਹੜੀ ਡੈਫੀਨੇਸ਼ਨ ਅੱਗੇ ਆਵੇਗੀ ਸਾਰੀ। ਹੁਣ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।